सत श्री अकाल, नमस्कार, आदाब। मैं ਹਾਂ ਅਪਨਿੰਦਰ ਸਿੰਘ ਵਿਰਮਾਨੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਨਜ਼ਰੀਆ। ਦੁਨੀਆ ਭਰ ਵਿੱਚ ਫੈਲੀ ਕੋਰੋਨਾ ਮਹਾਮਾਰੀ ਨੇ ਸੰਸਾਰ ਭਰ ਅੰਦਰ ਹਰ ਖੇਤਰ ਵਿੱਚ ਵੱਡੇ ਬਦਲਾਅ ਦਾ ਮਾਹੌਲ ਸਿਰਜ ਦਿੱਤਾ। ਜੀ ਹਾਂ, ਹਰ ਕੋਈ ਅਰਦਾਸ ਕਰ ਰਿਹਾ ਹੈ ਕਿ ਸੂਬਿਆਂ ਅਤੇ ਫਿਰ ਮੁਲਕਾਂ ਵਿੱਚ ਲੱਗੇ ਲਾਕਡਾਊਨ ਛੇਤੀ ਤੋਂ ਛੇਤੀ ਖੁੱਲ ਜਾਣ। ਪਰ ਕੀ ਤੁਸੀਂ ਕਦੇ ਸੋਚਿਆ ਕਿ ਲਾਕਡਾਊਨ ਤੋਂ ਬਾਅਦ ਕਿਸ ਤਰ੍ਹਾਂ ਦੀ ਤੁਹਾਡੇ ਸਾਹਮਣੇ ਜ਼ਿੰਦਗੀ ਹੋਏਗੀ? ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਲਾਕਡਾਊਨ ਤੋਂ ਖੁੱਲਦਿਆਂ ਹੀ ਪਹਿਲਾਂ ਵਾਂਗ ਆਪਣੇ ਰਿਸ਼ਤੇਦਾਰਾਂ ਕੋਲ ਜਾ ਸਕੋਗੇ, ਆਪਣੇ ਦੋਸਤਾਂ ਨਾਲ ਮਸਤੀ ਕਰ ਸਕੋਗੇ, ਤਾਂ ਇਹ ਇੰਨੀ ਛੇਤੀ ਤਾਂ ਮੁਮਕਿਨ ਨਹੀਂ। ਜੀ ਹਾਂ, ਇਸ ਤੋਂ ਇਲਾਵਾ ਜੇਕਰ ਤੁਸੀਂ ਦਫ਼ਤਰ ਵਿੱਚ ਵੀ ਹੋ ਤਾਂ ਵੀ ਤੁਹਾਨੂੰ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਜ਼ਰੂਰ ਵਰਤਣੀਆਂ ਪੈਣਗੀਆਂ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਬੱਚਿਆਂ ਦੀ ਗੱਲ ਕਰੇ ਤਾਂ ਬੱਚਿਆਂ ਨੂੰ ਮਾਸਕ ਪਾ ਕੇ ਹੀ ਸਕੂਲ ਜਾਣਾ ਪੈ ਸਕਦਾ ਹੈ। ਸਕੂਲ ਕਾਲਜ ਦੇ ਸਿਰ ਬੇहद ਅਹਿਮ ਜ਼ਿੰਮੇਵਾਰੀਆਂ ਹੋਣਗੀਆਂ, ਕਿਉਂਕਿ ਬੱਚੇ ਹਮੇਸ਼ਾ ਸਕੂਲ ਵਿੱਚ ਇਕੱਠੇ ਪੜ੍ਹਦੇ ਨੇ, ਇਕੱਠੇ ਖੇਡਦੇ ਨੇ, ਇਕੱਠੇ ਖਾਂਦੇ ਨੇ, ਕੈਂਟੀਨ ਵਿੱਚ ਇਕੱਠੇ ਜਾ ਕੇ ਖਾਂਦੇ ਨੇ। ਜੀ ਹਾਂ, ਇਸ ਤੋਂ ਇਲਾਵਾ ਜੇਕਰ ਤੁਸੀਂ ਸਫ਼ਰ ਵੀ ਕਰ ਰਹੇ ਹੋ ਤਾਂ ਵੀ ਬੱਸ, ਟ੍ਰੇਨ, ਹਵਾਈ ਜਹਾਜ਼, ਹਰ ਥਾਂ ਕਿਸ ਤਰ੍ਹਾਂ ਪ੍ਰਸ਼ਾਸਨ ਕੋਲ ਡਿਸਟੈਂਸਿੰਗ ਨੂੰ ਕਾਬੂ ਕਰਨ ਵਿੱਚ ਮਦਦਗਾਰ ਸਾਬਿਤ ਹੋਏਗਾ। ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਜਾਂ ਫਿਰ ਹੋਰ ਧਾਰਮਿਕ ਸਮਾਗਮ ਕੀ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰੱਖ ਪਾਉਣਗੇ? ਇਹ ਸਭ ਅਹਿਮ ਸਵਾਲ ਨੇ। ਅਜਿਹੇ ਕਈ ਚੁਣੌਤੀਆਂ ਸਾਡੇ ਸਭ ਦੇ ਸਾਹਮਣੇ ਹੋਣਗੀਆਂ ਜਦੋਂ ਲਾਕਡਾਊਨ ਖੁੱਲੇਗਾ, ਜਿਨ੍ਹਾਂ ਨੂੰ ਜੇਕਰ ਅਸੀਂ ਨਜ਼ਰਅੰਦਾਜ਼ ਕਰ ਦਈਏ ਤਾਂ ਕਰੋਨਾ ਵਾਇਰਸ ਮੁੜ ਤੋਂ ਆਪਣੇ ਪੈਰ ਪਸਾਰੇਗਾ। ਸਾਡੇ ਸਭ ਦੇ ਸਾਹਮਣੇ ਹੋਏਗਾ ਕਰੋਨਾ ਵਾਇਰਸ ਇੱਕ ਵਾਰ ਫਿਰ ਤੋਂ। ਅਤੇ ਫਿਰ ਹੋ ਸਕਦਾ ਹੈ ਕਿ ਉਸ ਸਮੇਂ ਮਾਹੌਲ ਅੱਜ ਵਾਂਗ ਨਾ ਹੋਵੇ, ਇਸ ਤੋਂ ਵੀ ਮਾੜਾ ਹੋਵੇ, ਖਰਾਬ ਹੋਵੇ ਅਤੇ ਫਿਰ ਕਾਬੂ ਤੋਂ ਬਾਹਰ ਹੋਵੇ। ਇਸ ਬਾਰੇ ਲੋਕਾਂ ਦਾ ਕੀ ਨਜ਼ਰੀਆ ਹੈ? ਕੀ ਤੁਸੀਂ ਤਿਆਰ ਹੋ? ਇਹ ਸਾਰ ਜਾਣਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਕੁਝ ਖਾਸ ਮਹਿਮਾਨ। ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾਉਣਾ। ਤੁਹਾਨੂੰ ਦੱਸ ਦਈਏ ਕਿ ਲਾਸ ਐਂਜਲਸ ਤੋਂ ਸਾਡੇ ਨਾਲ ਜੁੜੇ ਹੋਏ ਨੇ ਫਿਲਮ ਡਾਇਰੈਕਟਰ ਕਵਿਰਾਜ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਕਵਿਰਾਜ ਸਿੰਘ ਜੀ ਸਾਡੇ ਇਸ ਪ੍ਰੋਗਰਾਮ ਵਿੱਚ। ਇਸ ਤੋਂ ਇਲਾਵਾ ਵਾਸ਼ਿੰਗਟਨ ਡੀਸੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਈਕੋ ਸਿੱਖ ਦੇ ਫਾਊਂਡਰ ਡਾਕਟਰ ਰਾਜਵੰਤ ਸਿੰਘ ਜੀ। ਰਾਜਵੰਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਇਸ ਤੋਂ ਇਲਾਵਾ ਯੁਵਾ ਸਿਟੀ ਤੋਂ ਸਾਡਾ ਸਾਥ ਦੇ ਰਹੇ ਨੇ ਡਾਕਟਰ ਜਸਬੀਰ ਸਿੰਘ ਕਾਂਗ ਜੀ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਨਜ਼ਰੀਆ ਵਿੱਚ। ਥੈਂਕ ਯੂ ਜੀ, ਸਭ ਤੋਂ ਪਹਿਲਾਂ ਡਾਕਟਰ ਰਾਜਵੰਤ ਸਿੰਘ ਜੀ ਤੁਹਾਡੇ ਕੋਲ ਆਵਾਂਗਾ, ਕਿਉਂਕਿ ਅੱਜ ਜਿਹੜਾ ਅਸੀਂ ਮੁੱਦਾ ਚੁੱਕਿਆ ਹੋਇਆ, ਲੋਕਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਲਾਕਡਾਊਨ ਖੁੱਲੇਗਾ ਤਾਂ ਉਹ ਆਮ ਵਾਂਗ ਜ਼ਿੰਦਗੀ ਫਿਰ ਤੋਂ ਬਸਰ ਕਰ ਸਕਣਗੇ, ਆਪਣੀਆਂ ਦੁਕਾਨਾਂ ਤੇ ਜਾ ਸਕਣਗੇ, ਆਪਣੇ ਦਫ਼ਤਰਾਂ ਵੀ ਜਾ ਸਕਣਗੇ, ਬੱਚੇ ਸਕੂਲ ਕਾਲਜ ਜਾ ਸਕਣਗੇ। ਅਸੀਂ ਹਰ ਰੋਜ਼ ਵਾਂਗ ਜਿਵੇਂ ਸਫ਼ਰ ਕਰਦੇ ਹਾਂ ਬੱਸਾਂ ਵਿੱਚ, ਟ੍ਰੇਨਾਂ ਵਿੱਚ, ਅਸੀਂ ਉਵੇਂ ਹੀ ਸਫ਼ਰ ਕਰ ਪਾਵਾਂਗੇ। ਪਰ ਲੋਕਾਂ ਨੂੰ ਬਹੁਤ ਜਲਦੀ ਹੈ ਲਾਕਡਾਊਨ ਖੁੱਲੇ ਅਤੇ ਫਿਰ ਅਸੀਂ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਆਪਣੇ ਕਾਰਾਂ ਨੂੰ ਆਪਣੇ ਕੰਮਕਾਰਾਂ ਨੂੰ ਪਰਤੀਏ। ਪਰ ਕੀ ਉਸ ਤੋਂ ਬਾਅਦ ਜੋ ਨਤੀਜੇ ਸਾਡੇ ਸਭ ਦੇ ਸਾਹਮਣੇ ਹੋਣਗੇ, ਲੋਕ ਉਹਨਾਂ ਆਉਣ ਵਾਲੀਆਂ ਚੇਤਾਵਨੀਆਂ ਨੂੰ ਸਮਝ ਪਾ ਰਹੇ ਨੇ ਤੁਹਾਡੇ ਅਕੋਰਡਿੰਗ? ਹਾਂਜੀ, ਇਹ ਜਿਹੜਾ ਇਸ ਵੇਲੇ ਇਸ਼ੂ ਹੈ ਜੀ, ਜਿਹੜਾ ਕਿ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਸ ਨੂੰ ਆਪਣਾ ਸੈਂਟਰਲ ਮੁੱਦਾ ਬਣਾਇਆ ਹੋਇਆ ਹੈ ਕਿ ਅਮਰੀਕਾ ਨੂੰ ਕਿਸ ਤਰ੍ਹਾਂ ਦੁਬਾਰਾ ਖੋਲ੍ਹਿਆ ਜਾਵੇ ਤੇ ਲੋਕਾਂ ਨੂੰ ਇਸ ਗੱਲ ਦੀ ਖੁੱਲ੍ਹ ਮਿਲੇ ਕਿ ਬਿਜ਼ਨਸ ਨੇ, ਇਕੋਨਮੀ ਨੂੰ ਦੁਬਾਰਾ ਰਿਵਾਈਵ ਕੀਤਾ ਜਾਵੇ। ਪਰ ਜੋ ਮਾਡਲਸ ਸਾਇੰਟਿਸਟਸ ਨੇ ਕੱਢੇ ਨੇ ਜਾਂ ਜਿਹੜੇ ਵੀ CDC ਨੇ ਤੇ ਹੋਰ, ਉਹਦੇ ਵਿੱਚ ਤਾਂ ਹਲੇ ਵੀ ਸਾਨੂੰ ਬਹੁਤ ਕੇਅਰਫੁਲੀ ਢੰਗ ਦੇ ਨਾਲ, ਬੜੇ ਸਿਆਣੇ ਢੰਗ ਦੇ ਨਾਲ ਸਾਨੂੰ ਇਹ ਚੱਲਣਾ ਪੈਣਾ ਹੈ। ਮੇਰੇ ਸਾਹਮਣੇ ਤਾਂ ਇੱਕ ਐਗਜ਼ਾਮਪਲ ਹੈ, ਕਿਉਂਕਿ ਆਪਾਂ ਨੂੰ 1918 ਵਾਲੀ ਜਿਹੜੀ ਉਸ ਵੇਲੇ ਮਹਾਮਾਰੀ ਹੋਈ ਸੀ ਉਹਦਾ ਤਾਂ ਜ਼ਿਆਦਾ ਅੰਦਾਜ਼ਾ ਨਹੀਂ ਹੈ। ਪਰ 9/11 ਤੋਂ ਬਾਅਦ ਜਿਸ ਤਰ੍ਹਾਂ ਲਾਈਫ ਚੇਂਜ ਹੋਈ ਹੈ ਕਿ ਏਅਰਪੋਰਟ ਦੇ ਵਿੱਚ ਤੁਸੀਂ ਹੁਣ ਦਾਖਲ ਹੀ ਨਹੀਂ ਹੋ ਸਕਦੇ ਜੇ ਤੁਸੀਂ ਉਹ ਸਿਕਿਉਰਿਟੀ ਦੇ ਵਿੱਚੋਂ ਨਹੀਂ ਲੰਘਦੇ। ਇਹ ਜਿਹੜਾ ਖੁੱਲ੍ਹਣਾ ਹੈਗਾ, ਇਹ 9/11 ਤੋਂ ਵੀ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਸਾਡੀ ਜਿਹੜੀ ਲਾਈਫ ਹੈ ਉਹ ਰਿਸਟ੍ਰਿਕਟਡ ਹੋਏਗੀ। ਤੇ ਉੱਥੇ ਏਅਰਪੋਰਟਾਂ ਤੇ ਜਾਣ ਲਈ, ਤੁਹਾਨੂੰ ਬਿਲਡਿੰਗਾਂ 'ਚ ਜਾਣ ਲਈ ਜਿਹੜੀਆਂ ਤੁਹਾਨੂੰ ਸਿਕਿਉਰਿਟੀ ਲਾਈਨਸ ਤੇ ਉਹਦੇ ਵਿੱਚੋਂ ਲੰਘਣਾ ਪੈਂਦਾ ਸੀ, ਹੁਣ ਤੁਹਾਨੂੰ ਆਪਣੇ ਦਫ਼ਤਰਾਂ ਦੇ ਵਿੱਚ, ਰੈਸਟੋਰੈਂਟਸ ਦੇ ਵਿੱਚ, ਸਕੂਲਸ ਦੇ, ਕਾਲਜ ਦੇ ਵਿੱਚ, ਸਪੋਰਟਸ ਅਰੀਨਾ ਦੇ ਵਿੱਚ ਦਾਖਲ ਹੋਣ ਲਈ ਸਾਨੂੰ ਬਹੁਤ ਕੇਅਰਫੁਲ ਰਹਿਣਾ ਪੈਣਾ। ਸੋ ਜਿਹੜੀਆਂ ਹੁਣ ਟੂਲਸ ਗਵਰਨਮੈਂਟ ਬਣਾ ਰਹੀ ਹੈ ਵੀ ਕਿਸ ਤਰ੍ਹਾਂ ਜਿਹੜੇ ਲੋਕਾਂ ਦੀ ਟੈਸਟਿੰਗ ਹੋ ਸਕੇ ਤੇ ਫਿਰ ਉਹਨਾਂ ਨੂੰ ਕੋਈ ਟੈਂਪਰੇਚਰ ਚੈੱਕ ਕਰਨ ਵਾਲਾ, ਤੇ ਇਹ ਜਿਹੜੇ ਸਾਰੇ ਮੈਥਡੋਲੋਜੀ ਵਰਤਣੀ ਪੈਣੀ ਹੈ ਲੋਕਾਂ ਨੂੰ ਟੈਸਟ ਕਰਨ ਲਈ ਕਿ ਜੇ ਤੁਸੀਂ ਕਿਤੇ ਸਪੋਰਟਸ ਅਰੀਨਾ ਵਿੱਚ ਜਾਂਦੇ ਹੋ ਤੇ ਉੱਥੇ ਜਾਣ ਲਈ ਵੀ ਤੁਹਾਨੂੰ ਪਹਿਲਾਂ ਚੈੱਕ ਕਰਨਾ ਪੈਣਾ। ਸਿਕਿਉਰਿਟੀ ਲਾਈਨਸ ਹੋਰ ਲੰਬੀਆਂ ਹੋਣਗੀਆਂ, ਪਹਿਲਾਂ ਤਾਂ ਉਹਨਾਂ ਨੇ ਅਲਾਉ ਨਹੀਂ ਕਰਨੇ ਇੰਨੇ ਲੋਕ। ਸੋ ਬਿਲਕੁਲ ਇਹ ਸਾਨੂੰ ਇਨਵਿਜ਼ਨ ਕਰਨਾ ਚਾਹੀਦਾ ਵੀ 9/11 ਵਾਸ ਅ ਵੈਰੀ ਵੈਰੀ ਸਮਾਲ ਰਿਸਟ੍ਰਿਕਸ਼ਨ ਔਨ ਆਰ ਲਾਈਫ, ਬਟ ਇਹ ਜਿਹੜਾ ਫੇਜ਼ ਹੈ ਹੁਣ ਸਾਡੀ ਲਾਈਫ ਦਾ, ਇਹ ਕੰਪਲੀਟਲੀ ਹੁਣ ਚੇਂਜ ਹੋ ਗਿਆ। ਇਹਨੇ ਕਦੋਂ ਠੀਕ ਹੋਏਗਾ ਇਹ ਵੀ ਕੋਈ ਅੰਦਾਜ਼ਾ ਨਹੀਂ ਹੈ।
ਜੀ ਡਾਕਟਰ ਜਸਬੀਰ ਸਿੰਘ ਕੰਗ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਤੁਹਾਡੇ ਕੋਲ ਕਈ ਪੇਸ਼ੈਂਟਸ ਰੋਜ਼ਾਨਾ ਆਉਂਦੇ ਹੋਣਗੇ ਔਰ ਤੁਹਾਡੇ ਤੋਂ ਵੀ ਇਹ ਸਵਾਲ ਬਾਰ-ਬਾਰ ਕਰਦੇ ਹੋਣਗੇ ਕਿ ਆਖਰ ਕੋਰੋਨਾ ਵਾਇਰਸ ਕਦੋਂ ਖਤਮ ਹੋਏਗਾ ਸਾਡੀ ਜ਼ਿੰਦਗੀ ਤੋਂ। ਪਰ ਜਦ ਤੱਕ ਵੈਕਸੀਨ ਇਸਦੀ ਨਹੀਂ ਬਣਦੀ ਅਸੀਂ ਇਹ ਨਹੀਂ ਸਮਝ ਸਕਦੇ ਕਿ ਜਿਹੜਾ ਕੋਰੋਨਾ ਵਾਇਰਸ ਹੈ ਉਹ ਸਾਡੀ ਜ਼ਿੰਦਗੀ ਤੋਂ ਚਲਾ ਜਾਏਗਾ, ਮੁਲਕਾਂ ਤੋਂ ਚਲਾ ਜਾਏਗਾ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਇਸ ਦਾ ਸਾਨੂੰ ਖਿਆਲ ਰੱਖਣਾ ਪਏਗਾ ਲੋਕਡਾਊਨ ਖੁੱਲਣ ਤੋਂ ਬਾਅਦ ਵੀ। ਤੁਸੀਂ ਕੀ ਬੋਲੋਗੇ ਕਿ ਲੋਕ ਸਮਝਦਾਰ ਨੇ, ਲੋਕ ਜਾਣਦੇ ਨੇ, ਵਾਕਿਫ ਨੇ ਕੋਰੋਨਾ ਵਾਇਰਸ ਤੋਂ ਅਸੀਂ ਕਿਵੇਂ ਨਿਜਾਤ ਪਾਵਾਂਗੇ ਔਰ ਜੇਕਰ ਲੋਕਡਾਊਨ ਖੁੱਲੇਗਾ ਤਾਂ ਸਾਨੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰਨੀ ਹੈ? ਮੈਂ ਜੀ ਬਿਲਕੁਲ ਸਹਿਮਤ ਹਾਂ ਜੋ ਡਾਕਟਰ ਰਾਜਵੰਤ ਨੇ ਕਿਹਾ ਵੀ ਜੋ 9/11 ਸੀਗਾ ਉਹਨੇ ਬਹੁਤ ਜਿਹੜੀਆਂ ਚੀਜ਼ਾਂ ਪਰਮਾਨੈਂਟਲੀ ਲੋਕਾਂ ਦਾ ਬਿਹੇਵੀਅਰ ਦੁਨੀਆ ਚੇਂਜ ਹੋਇਆ। ਸੋ ਜਿਹੜਾ ਕਰੋਨਾ ਵਾਇਰਸ ਦਾ ਇੰਪੈਕਟ ਹੈਗਾ ਇਹ ਬੜੇ ਅਰਲੀ ਸਟੇਜਿਸ 'ਚ ਅਸੀਂ ਵੇਖ ਰਹੇ ਹੈਗੇ ਆ। ਸੋ ਸਭ ਤੋਂ ਪਹਿਲੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਲੋਕਾਂ ਦੀ ਹੈਗੀ ਆ, ਆਮ ਲੋਕਾਂ ਦੀ। ਉਹ ਕੱਲਾ ਆਪਾਂ ਇਹ ਜੀ ਨਹੀਂ ਵੀ ਗਵਰਨਮੈਂਟ ਨੇ ਲਾਕਡਾਊਨ ਹਟਾਤਾ ਤੇ ਬਿਮਾਰੀ ਚਲੀ ਗਈ। ਇਹ ਜਿਹੜਾ ਬਿਲਕੁਲ ਇੰਪੈਕਟ ਹੈਗਾ ਇਹ ਕਈ ਮਹੀਨੇ ਹੋ ਸਕਦਾ ਵੀ ਕੁਝ ਇਫੈਕਟ ਪਰਮਾਨੈਂਟ ਵੀ ਹੋਵੇ, ਪਰ ਮੈਂ ਕਹਾਂਗਾ ਵੀ ਆਪਾਂ ਨੂੰ ਚੜ੍ਹਦੀ ਕਲਾ ਪੋਜ਼ਿਟਿਵਲੀ ਸੋਚਣਾ ਚਾਹੀਦਾ। ਇਸ ਤੋਂ ਨਿਜਾਤ ਸਾਨੂੰ ਮਿਲੇਗੀ, ਪਰ ਸਾਨੂੰ ਜਿਹੜੀਆਂ ਪ੍ਰੀਕਾਸ਼ਨਸ ਨੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਲੋਕਾਂ ਨੂੰ ਡਿਸਟੈਂਸ ਰੱਖਣਾ ਪਏਗਾ, ਮਾਸਕ ਪਾਉਣੇ ਪੈਣਗੇ ਤੇ ਬਹੁਤ ਖਿਆਲ ਰੱਖਣਾ ਪਏਗਾ। ਸੋ ਉਹ ਜਿਹੜੀਆਂ ਚੇਂਜਸ ਨੇ ਉਹ ਤਾਂ ਬਹੁਤ ਦੇਰ ਮੇਰੇ ਖਿਆਲ ਲੱਗੂਗਾ ਵੀ ਇਹ ਜਿਹੜੀਆਂ ਆਪਾਂ ਰੋਕਥਾਮ ਦੀਆਂ ਗੱਲਾਂ ਇਹ ਤਾਂ ਆਪਾਂ ਨੂੰ ਬਹੁਤ ਦੇਰ ਫੋਲੋ ਕਰਨੀਆਂ ਪੈਣਗੀਆਂ। ਜਿੱਥੇ ਤਾਈਂ ਵੈਕਸੀਨ ਦੀ ਗੱਲ ਹੈਗੀ ਆ, ਵੈਕਸੀਨ ਦੇ ਉਪਰਾਲੇ ਹੋ ਰਹੇ ਨੇ, ਪਰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਬਿਮਾਰੀ ਦੀ ਵੈਕਸੀਨ ਬਣਾ ਲਈ ਜਾਵੇ। ਦੇਖੋ HIV ਜਿਹੜੀ ਇਨਫੈਕਸ਼ਨ ਹੈ ਜਾਂ ਵਾਇਰਸ ਆ ਉਹ ਆਲਮੋਸਟ ਦੁਨੀਆ 'ਚ ਉਹਨੂੰ 40 ਸਾਲ ਹੋ ਗਏ ਨੇ ਆਈ ਨੂੰ, ਪਰ ਅਜੇ ਤਾਈਂ ਉਸਦੀ ਵੈਕਸੀਨ ਨਹੀਂ ਬਣੀ। ਪਰ ਜਿੱਥੇ ਤਾਈਂ ਜਿਹੜੀ ਕਰੋਨਾ ਵਾਇਰਸ ਆ ਇਹਦੀ ਜਿਹੜੀ ਬਣਤਰ ਆ ਵਾਇਰਸ ਦੀ ਉਹ ਵੱਖਰੀ ਆ। ਵੈਕਸੀਨ ਬਣਨ ਦੇ ਕਾਫੀ ਚਾਂਸ ਨੇ, ਪਰ ਜਿਹੜੀਆਂ ਵੈਕਸੀਨਸ ਬਣੀਆਂ ਵੀ ਉਹ ਵੀ ਕੋਈ 100% ਇਫੈਕਟਿਵ ਨਹੀਂ ਹੁੰਦੀਆਂ। ਜਿਵੇਂ ਹੁਣ ਇਨਫਲੂਐਂਜ਼ਾ ਹੈਗਾ ਜਿਹਨੂੰ ਆਪਾਂ ਫਲੂ ਕਹਿੰਦੇ ਆ ਜਾਂ ਕੋਲਡ ਕਹਿੰਦੇ ਆ ਵੀ ਠੰਡ ਲੱਗ ਗਈ ਜੀ, ਸਰਦੀਆਂ ਦੇ ਵਿੱਚ ਇਨਫਲੂਐਂਜ਼ਾ ਹੁੰਦਾ ਹੈਗਾ। ਉਹ ਵੀ ਜਿਹੜੀਆਂ ਵੈਕਸੀਨਸ ਨੇ ਉਹਦੀ 40-50% ਜਿਹੜੀ ਹੈਗੀ ਆ ਐਫੀਕੇਸੀ ਹੈਗੀ ਆ, ਕੋਈ 100% ਨਹੀਂ ਹੈਗੀ। ਸੋ ਸਾਨੂੰ ਜਿਹੜੀਆਂ ਪ੍ਰੀਕਾਸ਼ਨਸ ਨੇ ਇਹ ਤਾਂ ਸਾਡੀਆਂ ਮੇਰੇ ਖਿਆਲ ਸਾਨੂੰ ਬਹੁਤ ਲੰਬੇ ਸਮੇਂ ਲਈ ਇਹ ਰੱਖਣੀਆਂ ਪੈਣਗੀਆਂ। ਇਸ ਦੇ ਨਾਲ ਜਿਹੜਾ ਜਿੰਨੇ ਵੀ ਜਿਹੜੇ ਬਿਜ਼ਨਸ ਨੇ, ਜਿਹੜੇ ਸੋਸ਼ਲ ਗੈਦਰਿੰਗਸ ਤੇ ਡਿਪੈਂਡੈਂਟ ਨੇ ਜਾਂ ਇਵੈਂਟਸ ਨੇ, ਉਹ ਤਾਂ ਮੈਂ ਕਹਾਂਗਾ ਵੀ ਬਹੁਤ ਸਮਾਂ ਲੱਗੇਗਾ ਵੀ ਬੈਕ ਟੂ ਨਾਰਮਲ ਹੋਣ ਲਈ। ਸੋ ਇਹਦਾ ਇੰਪੈਕਟ ਜਿਹੜਾ ਹੈਗਾ ਬਹੁਤ ਲੌਂਗ ਟਰਮ ਰਹੇਗਾ। ਕਵਿਰਾਜ ਸਿੰਘ ਜੀ ਤੁਹਾਡੇ ਕੋਲ ਆਵਾਂਗਾ ਹੁਣ ਮੈਂ, ਕਿਉਂਕਿ ਤੁਸੀਂ ਇੱਕ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਹੋਏ ਹੋ। ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੇ ਤਾਂ ਲੋਕ ਆਪਣੇ ਆਪ ਨੂੰ ਖੁਸ਼ ਵੇਖਣਾ ਚਾਹੁੰਦੇ ਨੇ ਜਦੋਂ ਐਂਟਰਟੇਨਮੈਂਟ ਲਈ ਜਾਂਦੇ ਨੇ, ਥੀਏਟਰਸ ਵਿੱਚ ਜਾਂਦੇ ਨੇ ਜਾਂ ਕਹਿ ਲਈਏ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕੋਈ ਫਿਲਮ ਦੇਖਣ ਜਾਂਦੇ ਨੇ। ਤਾਂ ਕਿਤੇ ਨਾ ਕਿਤੇ ਹੁਣ ਉਹਨਾਂ ਨੂੰ ਵੀ ਸੋਚਣਾ ਪਏਗਾ ਕਿ ਸਾਨੂੰ ਥੀਏਟਰ ਜਾਣ ਤੋਂ ਪਹਿਲਾਂ ਅਸੀਂ 1000 ਵਾਰੀ ਸੋਚੀਏ, ਕਿਉਂਕਿ ਨਾਲ ਦੀ ਸੀਟ ਤੇ ਹੋ ਸਕਦਾ ਜੇਕਰ ਕੋਈ ਬੈਠਾ ਹੋਵੇ ਉਹ ਖੰਘਦਾ ਹੋਵੇ ਤਾਂ ਹੋ ਸਕਦਾ ਉਸੇ ਇਨਫੈਕਸ਼ਨ ਸਾਡੇ ਤੱਕ ਪਹੁੰਚ ਜਾਏ। ਤਾਂ ਕਿਤੇ ਨਾ ਕਿਤੇ ਜਿਹੜੀ ਹੈ ਫਿਲਮ ਇੰਡਸਟਰੀ ਨੂੰ ਵੀ ਬੇਹੱਦ ਘਾਟਾ ਤਾਂ ਹੋਏਗਾ ਹੀ ਹੋਏਗਾ। ਲੋਕ ਐਂਟਰਟੇਨਮੈਂਟ ਤੋਂ ਵੀ ਵਾਂਝੇ ਰਹਿਣਗੇ। ਤੁਸੀਂ ਕੀ ਕਹੋਗੇ? ਇੰਡਸਟਰੀ ਇੱਕ ਵਰਲਡ ਵਾਈਡ ਇਹਦਾ ਇੰਪੈਕਟ ਹੈ, ਸਪੈਸ਼ਲੀ ਸਾਡੀ ਹਾਲੀਵੁੱਡ ਇੰਡਸਟਰੀ ਜਿੱਥੇ ਕਿ ਮੈਂ ਜ਼ਿਆਦਾ ਕੰਮ ਕੀਤਾ ਕਰ ਰਿਹਾ। ਤੇ ਪਿਛਲੇ 2-4-5 ਸਾਲ ਤੋਂ ਮੈਂ ਚਲੋ ਇੰਡੀਆ ਦੀ ਇੰਡਸਟਰੀ 'ਚ, ਪੰਜਾਬੀ ਇੰਡਸਟਰੀ, ਬਾਲੀਵੁੱਡ ਇੰਡਸਟਰੀ ਮੈਨੂੰ ਇਨਵੋਲਵਡ ਹੈ। ਮੈਂ ਦੋਨਾਂ ਦੇ ਥੋੜਾ ਜਿਹਾ ਤੁਹਾਨੂੰ ਇੰਪੈਕਟ ਦੇ ਖਿਆਲ ਦਿੰਦਾ ਕਿ ਜਿਸ ਤਰ੍ਹਾਂ ਹਾਲੀਵੁੱਡ ਇੰਡਸਟਰੀ ਵਰਲਡ ਵਾਈਡ ਇਹਦਾ ਇੰਪੈਕਟ ਹੈ। ਵਰਲਡ ਵਾਈਡ ਫਿਲਮਾਂ ਦੇਖੀਆਂ ਜਾਂਦੀਆਂ ਨੇ। ਅੱਜ ਕੱਲ੍ਹ ਸਾਰੇ ਥੀਏਟਰ ਬੰਦ ਹੋ ਗਏ ਨੇ, ਵਰਲਡ ਵਾਈਡ ਥੀਏਟਰ ਸਭ ਬੰਦ ਹੋ ਗਏ ਨੇ, ਪ੍ਰੋਡਕਸ਼ਨ ਬੰਦ ਹੋ ਗਈ ਹੈ। ਇਹ ਮੇਰੇ ਖਿਆਲ ਨਾਲ ਕਿ ਜਿਹੜਾ ਆਪਣੀ ਐਂਟਰਟੇਨਮੈਂਟ ਇੰਡਸਟਰੀ ਜਿਹੜਾ ਇਸ ਕੋਰੋਨਾ ਵਾਇਰਸ ਦਾ ਇੰਪੈਕਟ ਹੋ ਰਿਹਾ ਕਿ ਬਹੁਤ ਹੀ ਫਾਈਨੈਂਸ਼ੀਅਲੀ ਇੱਕ ਤਾਂ ਬਹੁਤ ਬੜਾ ਇੰਪੈਕਟ ਹੋ ਰਿਹਾ ਹੈ ਕਿ ਕੈਲੀਫੋਰਨੀਆ ਦੀ ਹਾਲੀਵੁੱਡ ਇੰਡਸਟਰੀ ਬਿਗੇਸਟ ਇੰਡਸਟਰੀ ਹੈ ਕੈਲੀਫੋਰਨੀਆ ਦੀ। ਇਟਸ ਅ multi-billion dollar ਇੰਡਸਟਰੀ। ਤੇ ਹੁਣ ਸਾਡੇ ਮੇਰੇ ਵਰਗੇ ਸਭ ਘਰ ਬੈਠੇ ਨੇ ਐਕਟਰਸ। ਇਹ ਸਾਡੀ ਯੂਨੀਅਨ ਹੈ ਇੱਥੇ ਕਿ ਸੈਕਸ ਸਕਰੀਨ ਐਕਟਰਸ ਗਿਲਡ ਯੂਨੀਅਨ, ਜਿਹਦਾ ਕਿ ਮੈਂ ਮੈਂਬਰ ਹਾਂ ਬੜੇ ਸਾਲਾਂ ਤੋਂ। ਉਹਦੇ ਵਿੱਚ ਘੱਟੋ ਘੱਟ ਕੋਈ 3,300,000 350,000 ਪਲੱਸ ਮੈਂਬਰਸ ਨੇ ਉਹਦੇ ਵਿੱਚ। ਤੇ ਮੈਜੋਰਿਟੀ ਆਫ ਉਹਦੇ ਜਿਹੜੇ ਮੈਂਬਰ ਨੇ ਉਹ ਵਿਚਾਰੇ ਜਿਹੜੇ ਕਿ ਸਟਰਗਲਿੰਗ ਲੈਵਲ ਤੇ ਮੈਂ ਕਹਾਂਗਾ ਸਾਰੀ ਉਮਰ ਵੀ ਕੰਮ ਕਰਦੇ ਰਹਿੰਦੇ, ਪਰ ਉਹਦੀ ਕਮਾਈ ਓਨੀ ਹੈਂਡ ਟੂ ਮਾਊਥ ਹੀ ਹੁੰਦੀ ਆ, ਮੰਥ ਟੂ ਮੰਥ, ਵੀਕ ਟੂ ਵੀਕ। ਸ਼ੋਅ 'ਚ ਕਿਸੇ ਰੋਲ ਮਿਲ ਗਿਆ, ਪੈਸੇ ਬਣ ਗਏ, ਨਹੀਂ ਤਾਂ ਘਰ ਵਿੱਚ ਵਿਚਾਰੇ ਸਟਰਗਲ ਕਰ ਰਹੇ, ਸੈਕੰਡ ਜੌਬਸ ਉਹਨਾਂ ਕੋਲ। ਉਹਨਾਂ ਤੇ ਤਾਂ ਜਿਹੜੇ ਟੈਕਨੀਸ਼ੀਅਨਸ ਨੇ ਜਿਹੜੇ ਅਗੇਨ ਸ਼ੋਅ ਟੂ ਸ਼ੋਅ, ਫਿਲਮ ਟੂ ਫਿਲਮ ਕੰਮ ਕਰਦੇ ਨੇ, ਇਹਨਾਂ ਤੇ ਬਹੁਤ ਇੰਪੈਕਟ ਹੋ ਰਿਹਾ ਹੈ। ਉਹ ਫਿਰ ਇਹਦੇ ਨਾਲ ਫਿਰ ਬਾਕੀ ਰਿਲੇਟਡ ਇੰਡਸਟਰੀਜ਼ ਬੜੀਆਂ ਨੇ, ਕੇਟਰਿੰਗ ਦੀ ਇੰਡਸਟਰੀ ਹੋ ਗਈ, ਟਰਾਂਸਪੋਰਟੇਸ਼ਨ ਇੰਡਸਟਰੀ ਹੋ ਗਈ, ਹੋਟਲ ਇੰਡਸਟਰੀ ਹੋ ਗਈ। ਇੱਕ ਕੋਈ ਮਲਟੀ ਲੈਵਲ ਤੇ ਇੰਪੈਕਟ ਹੋ ਰਿਹਾ ਇਸ ਇੰਡਸਟਰੀ ਦਾ। ਤੇ ਦੂਸਰੀ ਗੱਲ ਇਹ ਹੈ ਕਿ ਸਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਤਾਂ ਮੈਂਸ਼ਨ ਕੀਤਾ ਮੈਂ ਸਕਰੀਨ ਐਕਟਰਸ ਗਿਲਡ ਦਾ ਮੈਂਬਰ ਹਾਂ, ਉਹਦੀ ਕੋਈ ਨਾ ਕੋਈ ਈਮੇਲ ਹਰ ਰੋਜ਼ ਆਉਂਦੀ ਰਹਿੰਦੀ ਹੈ
ਕਿ ਵੀ ਆਰ ਟਰਾਈਂਗ ਕਿ ਹੋ ਸਕਦਾ ਜੂਨ ਜੁਲਾਈ ਤੋਂ ਸਤੰਬਰ ਤੋਂ ਇੰਡਸਟਰੀ ਮੁੜ ਕੇ ਖੁੱਲ ਜਾਏਗੀ, ਸ਼ੂਟਿੰਗ ਮੁੜ ਕੇ ਫਿਰ ਸ਼ੁਰੂ ਹੋ ਜਾਣਗੀਆਂ, ਸਿਨੇਮਾਸ ਮੁੜ ਕੇ ਜੀ ਖੁੱਲ ਜਾਣਗੇ। ਪਰ ਅਗੇਨ ਉਹ ਕੌਸ਼ੀਅਸ ਵੀ ਨਾਲ ਇੱਕ ਤਾਂ ਉਹਨਾਂ ਦਾ ਫਰੇਜ਼ ਜਾਂ ਲਾਈਨ ਹੁੰਦੀ ਹੈ ਕਿ ਪੋਸੀਬਿਲਿਟੀਜ਼ ਨਹੀਂ ਹੈ ਕਿ ਜਿਸ ਤਰ੍ਹਾਂ ਦਾ ਰਾਈਟ ਨੋ ਐਟਮੋਸਫੀਅਰ ਹੈ, ਉਹ ਸਪੈਸ਼ਲੀ ਜਦੋਂ ਅਸੀਂ ਫਿਲਮ ਸ਼ੂਟ ਕਰਦੇ ਹਾਂ ਬੜੇ ਕਲੋਜ਼ ਐਟਮੋਸਫੀਅਰ 'ਚ ਹੁੰਦੇ ਨੇ, ਬੜੇ ਫਿਜ਼ੀਕਲ ਕੰਟੈਕਟਸ ਹੁੰਦੇ ਐਕਟਰਸ ਦੇ ਆਪਸ ਵਿੱਚ ਹੀ, ਕੋਈ ਫਾਈਟ ਸੀਨ ਹੁੰਦਾ ਜਾਂ ਕੋਈ ਇੰਟੀਮੇਟ ਸੀਨ ਹੁੰਦਾ, ਹਰ ਤਰ੍ਹਾਂ ਦੇ ਘੱਟੋ ਘੱਟ 150, 200, 250, 300 ਕਰੂ ਮੈਂਬਰ ਹੁੰਦਾ ਆ, ਤੇ ਉਹ ਦਿਨ ਦੀ ਦਿਹਾੜੀ ਲਾ ਕੇ ਸ਼ਾਮ ਨੂੰ ਕਰ ਜਾਂਦੇ ਨੇ, ਪਤਾ ਨਹੀਂ ਉੱਥੋਂ ਕੀ ਸੋ ਕਿ ਨਾ ਗਾਂ ਦੇ ਗਾਂ ਉਹਨਾਂ ਦਾ ਕੰਟੈਕਟ ਹੁੰਦਾ, ਇੰਪੈਕਟ ਪੈਂਦਾ ਹੈ। ਸੋ ਲੱਗ ਰਿਹਾ ਬੜਾ ਕਿ ਇੰਡਸਟਰੀ ਸਾਡੀ ਇੰਟਰਟੇਨਮੈਂਟ ਇੰਡਸਟਰੀ ਨੂੰ ਕਾਫੀ ਇੰਪੈਕਟ ਹੋ ਰਿਹਾ ਹੈ, ਤੇ ਪਤਾ ਨਹੀਂ ਕਦੋਂ ਖੁੱਲੇਗੀ ਇਹ ਮੁੜ ਕੇ ਸ਼ੁਰੂ ਹੋਏਗਾ, ਪ੍ਰੋਡਕਸ਼ਨ ਸ਼ੁਰੂ ਹੋਏਗੀ, ਸਿਨੇਮੇ ਕਦੋਂ ਸ਼ੁਰੂ ਹੋਣਗੇ। ਇਹ ਬੜੇ ਡਿਬੇਟਸ ਚੱਲ ਰਹੇ ਨੇ, ਪਰ ਹਾਲੇ ਕੋਈ ਇਹਦਾ ਫਾਈਨਲ ਗੋਲ ਨਹੀਂ ਦਿਸ ਰਿਹਾ, ਜਾਣੀ ਕਿ ਫਾਈਨਲ ਰਿਜ਼ਲਟ ਨਹੀਂ ਆ ਰਿਹਾ ਕੋਈ। ਡਾਕਟਰ ਰਾਜਵੰਤ ਜੀ, ਜੇਕਰ ਸਕਿੱਲ ਇੰਡਸਟਰੀ ਦੀ ਗੱਲ ਕਰੀਏ, ਛੋਟੇ ਕਾਰੋਬਾਰ ਚਲਾਉਣ ਵਾਲਿਆਂ ਦੀ ਗੱਲ ਕਰੀਏ, ਤਾਂ ਬੇहद ਉਹਨਾਂ ਨੂੰ ਨੁਕਸਾਨ ਹੁੰਦਾ ਵਿਖਾਈ ਦੇ ਰਿਹਾ, ਕਿਉਂਕਿ ਉਹ ਅਜਿਹੇ ਸ਼ਖਸ ਹੁੰਦੇ ਨੇ ਜੋ ਹਰ ਰੋਜ਼ ਕਮਾਈ ਕਰਦੇ ਨੇ ਔਰ ਹਰ ਰੋਜ਼ ਆਪਣੇ ਘਰ ਦਾ ਪੇਟ ਪਾਲਦੇ ਨੇ। ਸੋ ਆਪਣਾ ਘਰ ਚਲਾਉਂਦੇ ਤਾਂ ਨਹੀਂ ਹਰ ਰੋਜ਼, ਕਿਉਂਕਿ ਜਿਹੜੀ ਉਹਨਾਂ ਦੀ ਕਮਾਈ ਹੁੰਦੀ ਹੈ। ਜਦੋਂ ਲੋਕਡਾਊਨ ਖੁੱਲੇਗਾ ਤਾਂ ਉਹ ਹਰ ਰੋਜ਼ ਕਈ ਲੋਕਾਂ ਨੂੰ ਮਿਲਣਗੇ, ਆਪਣੇ ਕੰਮ ਦੀ ਰਫ਼ਤਾਰ ਨੂੰ ਵਧਾਉਣ ਦੇ ਲਈ ਹਰ ਮੁਮਕਿਨ ਕੋਸ਼ਿਸ਼ ਵੀ ਉਹਨਾਂ ਵੱਲੋਂ ਕੀਤੀ ਜਾਏਗੀ। ਅਜਿਹੇ ਵਿੱਚ ਮੁਸ਼ਕਲਾਂ ਉਹਨਾਂ ਸਾਹਮਣੇ ਵੀ ਘੱਟ ਨਹੀਂ ਹੋਣਗੀਆਂ, ਕਿਉਂਕਿ ਕਈ ਲੋਕ ਜਦੋਂ ਨਵੇਂ ਲੋਕਾਂ ਨੂੰ ਮਿਲਦੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਹੋਏਗਾ ਕਿ ਸਾਹਮਣੇ ਵਾਲਾ ਬੰਦਾ ਕੀ ਕੋਈ ਇਨਫੈਕਟਡ ਹੈ ਜਾਂ ਨਹੀਂ ਹੈ। ਤਾਂ ਕਿਤੇ ਨਾ ਕਿਤੇ ਜਿਹੜਾ ਸਮਾਲ ਸਕੇਲ ਇੰਡਸਟਰੀ ਹੈ ਉਸ ਨੂੰ ਅੱਜ ਵੀ ਘਾਟਾ ਪੈ ਰਿਹਾ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੂੰ ਘਾਟੇ ਦਾ ਸਾਹਮਣਾ ਫੇਰ ਵੀ ਕਰਨਾ ਪਏਗਾ। ਕੀ ਕਹੋਗੇ? ਬਿਲਕੁਲ ਜੀ, ਜਿਹੜੀ ਸਮਾਲ ਬਿਜ਼ਨਸ ਓਨਰਸ ਨੇ ਉਹਨਾਂ ਦੀ ਲਾਈਫ ਤਾਂ ਬੜੀ ਸਟਰਗਲ ਵਾਲੀ ਨਜ਼ਰ ਆ ਰਹੀ ਹੈ, ਤੇ ਇਹ ਕਿਉਂਕਿ ਇਹਦਾ ਜਿਹੜਾ ਅਸਰ ਹੈਗਾ, ਜਿਹੜੇ ਲਾਰਜ ਇੰਡਸਟਰੀ ਹੈ ਉਹ ਤਾਂ ਫਿਰ ਵੀ ਕਿਸੇ ਤਰੀਕੇ ਨਾਲ ਹੈਂਡਲ ਕਰ ਪਾਏਗੀ, ਪਰ ਸਮਾਲ ਸਕੇਲ ਇੰਡਸਟਰੀ ਹੈ, ਜਿਹੜੇ ਛੋਟੇ ਵਿਚਾਰੇ ਬਿਜ਼ਨਸ ਓਨਰਸ ਨੇ, ਰੈਸਟੋਰੈਂਟ ਓਨਰਸ ਖਾਸ ਕਰਕੇ, ਜੇ ਵੱਡਾ ਰੈਸਟੋਰੈਂਟ ਹੈ, ਜੇ ਸੋਸ਼ਲ ਡਿਸਟੈਂਸਿੰਗ ਤੁਸੀਂ ਰੱਖਣੀ ਵੀ ਹੈ ਤੇ ਤੁਸੀਂ ਰੱਖ ਸਕਦੇ ਹੋ। ਹੁਣ ਛੋਟਾ ਜਿਹਾ ਰੈਸਟੋਰੈਂਟ ਹੈ ਜਿਹੜਾ, ਜਿੱਦਾਂ ਕੋਈ ਥਾਈ ਫੂਡ ਹੈ, ਜਾਂ ਚਾਈਨੀਜ਼ ਫੂਡ ਹੈ, ਜਾਂ ਇੰਡੀਅਨ ਫੂਡ ਹੈ, ਉਹਦੇ 'ਚ ਸੀਟਾਂ ਹੀ 25 ਹੁੰਦੀਆਂ ਨੇ, ਤੇ ਸੋਸ਼ਲ ਡਿਸਟੈਂਸਿੰਗ ਕਰਕੇ ਤੁਸੀਂ ਜੇ 10 ਬੰਦੇ ਅੰਦਰ ਵਾੜ ਵੀ ਲਏ ਤੇ ਉਹਨਾਂ ਨੂੰ ਸਰਵ ਕਰਨ ਲਈ ਸਟਾਫ ਤੁਹਾਨੂੰ ਹੋਣਾ ਚਾਹੀਦਾ, ਤੇ ਉਹ ਐਟ ਦੀ ਐਂਡ ਉਹ ਵਾਰਾ ਹੀ ਨਹੀਂ ਖਾਣਾ ਵੀ ਕਿਸ ਤਰ੍ਹਾਂ ਉਹ ਹਾਊ ਵਿਲ ਦੇ ਬੀ ਏਬਲ ਟੂ ਮੈਨੇਜ ਇਟ। ਸੋ ਇਹ ਇੱਕ ਬੜਾ, ਅਨਲੈਸ ਗਵਰਨਮੈਂਟ ਦੀ ਕੋਈ ਅਸਿਸਟੈਂਸ ਆਉਂਦੀ ਹੈ ਤੇ ਡਿਲੀਵਰੀ ਦੇ ਉੱਤੇ ਕਿੰਨੀ ਕੁ ਦੇਰ ਚਲਾ ਲੈਣਗੇ ਆਪਣਾ ਬਿਜ਼ਨਸ, ਇਹ ਵੀ ਬੜੇ ਇੱਕ ਅਨਸਰਟਨਟੀ ਹੈ, ਔਰ ਇਹਦੇ ਬਾਰੇ ਕਿਸ ਤਰ੍ਹਾਂ ਇਹਨੂੰ ਸੋਲਵ ਕੀਤਾ ਜਾ ਸਕਦਾ ਹੈ। ਇਹ ਤਾਂ ਹੁਣ ਜਿੱਦਾਂ ਗਰੋਸਰੀ ਸਟੋਰਸ ਨੇ, ਉਹਨਾਂ ਨੇ ਜੋ ਸਕਰੀਨ ਲਗਾਤੀ ਹੈ, ਤੁਸੀਂ ਅੰਦਰ ਜਾਂਦੇ ਹੋ, ਕਾਊਂਟਰ ਦੇ ਉੱਤੇ ਖੜ ਕੇ ਤੁਸੀਂ ਉੱਥੇ ਪੈਸੇ ਦਿੰਦੇ ਹੋ ਜਾਂ ਕ੍ਰੈਡਿਟ ਕਾਰਡ ਕਰਤਾ, ਉਹ ਤਾਂ ਇੱਕ 5-7 ਮਿੰਟ ਦਾ ਜਿਹੜਾ ਇੰਟਰੈਕਸ਼ਨ ਹੈ। ਪਰ ਜਿਹੜੇ ਜਿੱਥੇ ਸਟੋਰਾਂ ਤੇ ਜਾਣਾ ਤੁਸੀਂ ਕੋਈ ਜਾਂ ਸਮਾਨ ਖਰੀਦਣਾ, ਉਹ ਤਾਂ ਬਹੁਤ ਇਸ ਵੇਲੇ ਉਹਦਾ ਇੰਪੈਕਟ ਹੋਏਗਾ। ਤੇ ਇਹ ਜਿਹੜੀ ਹੁਣ ਜਿਸ ਤਰ੍ਹਾਂ ਐਮਾਜ਼ਨ ਇਜ਼ ਦੀ ਓਨਲੀ ਜਿਹੜੀ ਕੰਪਨੀ ਹੈ ਜਿਹੜੀ ਹਾਇਰ ਕਰ ਰਹੀ ਹੈ ਲੋਕਾਂ ਨੂੰ, ਬਾਕੀ ਤਾਂ ਸਾਰੇ ਬੈਸਟ ਬਾਈ ਨੇ ਕੱਲ 40% ਆਪਣੇ ਜਿਹੜੇ ਵਰਕਰਸ ਨੂੰ ਲੇ ਆਫ ਕਰ ਦਿੱਤਾ ਹੈ। ਸੋ ਜਿਹੜੀਆਂ ਵੱਡੀਆਂ ਕੰਪਨੀਆਂ ਨੂੰ ਵੀ ਜਿਹੜੇ ਰਿਟੇਲ ਫੀਲਡਸ ਦੇ ਵਿੱਚ ਸੀਗੇ, ਉਹਨਾਂ ਤੇ ਬਹੁਤ ਵੱਡਾ ਅਸਰ ਹੈ। ਤੇ ਮੇਰੇ ਆਪਣੇ ਫੀਲਡ ਦੇ ਵਿੱਚ ਮੈਂ ਦੱਸਦਾ ਵੀ ਡੈਂਟਿਸਟਰੀ ਵਿਲ ਬੀ ਦਾ ਮੋਸਟ ਅਫੈਕਟਡ ਜਿਹੜੀ ਇਹ ਫੀਲਡ ਹੋਣੀ ਹੈ, ਕਿਉਂਕਿ ਇੱਥੇ ਤਾਂ ਸਿੱਧਾ ਮੂੰਹ ਦੇ ਉੱਤੇ ਕੰਮ ਕਰਨਾ ਹੁੰਦਾ, ਤੇ ਹੁਣੇ ਉਹ ਨਵੇਂ ਸੈਕਸ਼ਨ ਡਿਜ਼ਾਈਨ ਕਰ ਰਹੇ ਨੇ ਵੀ ਕਿਸ ਤਰ੍ਹਾਂ ਜਦੋਂ ਪੇਸ਼ੈਂਟ ਦੇ ਉੱਤੇ ਕੋਈ ਡੈਂਟਿਸਟ ਕੰਮ ਕਰੇਗਾ ਤੇ ਜਿਹੜਾ ਸਲਾਈਵਾ ਉਹਨੂੰ ਏਰੋਸੋਲਾਈਜੇਸ਼ਨ ਤੋਂ ਕਿਸ ਤਰ੍ਹਾਂ ਰੋਕਿਆ ਜਾਵੇ। ਸੋ ਇਹ ਚੀਜ਼ਾਂ ਬਹੁਤ ਅਨਸਰਟਨਟੀ ਹੈ, ਮੈਂ ਸਿੱਧੀ ਗੱਲ ਕਹਾਂ, ਤੇ ਸਾਰਿਆਂ ਦਾ ਸੋਚ ਕੇ ਇੱਕ ਮਨ ਨੂੰ ਭੈ ਵੀ ਆਉਂਦਾ। ਪਰ ਜਿਸ ਤਰ੍ਹਾਂ ਡਾਕਟਰ ਕੰਗ ਨੇ ਕਿਹਾ ਵੀ ਸਾਡੀ ਚੜ੍ਹਦੀ ਕਲਾ ਵਾਲੀ ਸਪਿਰਿਟ ਵੀ ਬੜੀ ਜ਼ਰੂਰੀ ਹੈ, ਕਿਉਂਕਿ ਉਹ ਸਾਡੀ ਇਮਿਊਨਿਟੀ ਨੂੰ ਬਿਲਡ ਕਰਦੀ ਹੈ, ਤੇ ਸਾਡੇ ਵਿੱਚ ਜਿਹੜਾ ਵਿਸ਼ਵਾਸ ਹੈ ਉਹਦੇ ਨਾਲ ਅਸੀਂ ਇਹ ਜਿਹੜੇ ਚੈਲੰਜਸ ਅਸੀਂ ਹੈਂਡਲ ਕਰ ਸਕਦੇ ਹਾਂ। ਪਰ ਲਾਈਫ ਹੈਜ਼ ਚੇਂਜਡ ਇਨ ਮੈਨੀ ਵੇਜ਼। ਡਾਕਟਰ ਕਾਮ ਸਾਹਿਬ, ਇੱਕ ਵਾਰ ਫਿਰ ਮੈਂ ਤੁਹਾਡੇ ਕੋਲ ਹੀ ਆਵਾਂਗਾ, ਕਿਉਂਕਿ ਅਸੀਂ ਦੇਖੋ ਇਸ ਸਮੇਂ ਅਸੀਂ ਅਮਰੀਕਾ 'ਚ ਬੈਠੇ ਹਾਂ। ਅਗਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਜਿਹੇ ਜਾਂ UK ਜਾਂ ਅਜਿਹੇ ਵੱਡੇ ਮੁਲਕਾਂ ਦੀ ਅਸੀਂ ਗੱਲ ਕਰਦੇ ਹਾਂ, ਤਾਂ ਇੱਥੇ ਕਈ ਲਾਅਸ ਨੇ। ਜਦੋਂ ਕੋਈ ਫਾਸਟ ਫੂਡ ਵਿੱਚ ਕੋਈ ਕੰਮ ਕਰ ਰਿਹਾ ਜਾਂ ਤਾਂ ਉੱਥੇ ਦੇ ਲਾਇਸੈਂਸ ਨੇ, ਉਹਨਾਂ ਦੇ ਕਈ ਲਾਅਸ ਨੇ, ਔਰ ਉਹਨਾਂ ਨੂੰ ਲਾਅਸ ਵਿੱਚ ਬਹੁਤ ਜ਼ਿਆਦਾ ਉਸਨੂੰ ਸਟ੍ਰਿਕਟਲੀ ਫੋਲੋ ਵੀ ਕਰਨਾ ਪੈਂਦਾ, ਸਾਫ਼ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ। ਪਰ ਲੇਕਿਨ ਅਸੀਂ ਦੂਜੇ ਮੁਲਕਾਂ ਵੱਲ ਗੌਰ ਕਰੀਏ, ਜਿੱਥੇ ਕਿ ਕਰੋਨਾ ਵਾਇਰਸ ਨੇ ਉੱਥੇ ਵੀ ਜਿਹੜੀ ਮਹਾਮਾਰੀ ਬਹੁਤ ਜ਼ਿਆਦਾ ਵੱਡੀ ਤੌਰ ਤੇ ਫੈਲਾਈ ਹੈ, ਉੱਥੇ
ਤੁਹਾਨੂੰ ਲੱਗਦਾ ਕਿ ਨਹੀਂ ਫਾਸਟ ਫੂਡ ਤੇ ਜਦੋਂ ਲੋਕੀ ਜਾਣਗੇ, ਕਿਉਂਕਿ ਬਹੁਤ ਲੋਕ ਹੁੰਦੇ ਨੇ ਇਸ ਵਿੱਚ ਜਾਂਦੇ ਨੇ ਔਰ ਜ਼ਿਆਦਾ ਗਿਣਤੀ ਵੱਡੀ ਗਿਣਤੀ ਉਹਨਾਂ ਦੀ ਹੁੰਦੀ ਹੈ ਜੋ ਬਾਹਰ ਜਾ ਕੇ ਠੇਲਿਆਂ ਤੇ ਚਾਹ ਪੀਂਦੇ ਨੇ ਜਾਂ 버ਗਰਸ ਖਾਂਦੇ ਨੇ ਜਾਂ ਫਿਰ ਕਹਿ ਲਓ ਕਿ ਛੋਟੇ ਮੋਟੇ ਫਾਸਟ ਫੂਡ ਤੇ ਜਾ ਕੇ ਆਪਣਾ 3 ਟਾਈਮ ਦੀ ਰੋਟੀ ਖਾਂਦੇ ਨੇ ਜਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਂਦੇ ਨੇ, ਕੈਂਟੀਨ ਵਿੱਚ ਜਾਂਦੇ ਨੇ। ਉੱਥੇ ਜਾ ਕੇ ਉਹਨਾਂ ਨੂੰ ਕਿਵੇਂ ਹੋਏਗਾ, ਕਿਉਂਕਿ ਉੱਥੇ ਵੀ ਸਾਫ਼ ਸਫਾਈ ਦਾ ਤਾਂ ਬੇहद ਜ਼ਿਆਦਾ ਖਿਆਲ ਰੱਖਣਾ ਪਏਗਾ ਔਰ ਜੇਕਰ ਇੱਕ ਦੀ ਛੋਟੀ ਜਿਹੀ ਵੀ ਗਲਤੀ ਹੋਈ ਤਾਂ ਉਹ ਕਰੋਨਾ ਵਾਇਰਸ ਹੈ ਉਹ ਇੱਕਦਮ ਇੱਕ ਬਹੁਤ ਤੇਜ਼ ਰਫ਼ਤਾਰ ਦੇ ਨਾਲ ਫੈਲੇਗਾ ਹਰ ਪਾਸੇ। ਇਦਾਂ ਹੈਗਾ ਵੀ ਆਪਾਂ ਥੋੜੀਆਂ ਪੋਜ਼ਿਟਿਵ ਗੱਲਾਂ ਵੀ ਹੈਗੀਆਂ। ਆਪਾਂ ਜਿਵੇਂ ਪਹਿਲਾਂ ਵੈਕਸੀਨ ਦੀ ਗੱਲ ਕਰ ਰਹੇ ਸੀ, ਉਹ ਤਾਂ ਅਜੇ ਸਮਾਂ ਲੱਗੇਗਾ, ਪਰ ਰਾਈਟ ਨਾਓ ਜਿਹਦੇ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਦੀ ਲੋੜ ਉਹ ਹੈਗੀ ਆ ਟੈਸਟਿੰਗ। ਨਵਾਂ ਟੈਸਟ ਜਿਹੜਾ ਅਵੇਲੇਬਲ ਹੈਗਾ ਸਾਡੇ ਹਸਪੀਟਲ ਵਿੱਚ ਸ਼ੁਰੂ ਹੋ ਗਿਆ ਹੈਗਾ, 15 ਮਿੰਟ ਦੇ ਵਿੱਚ ਤੁਹਾਨੂੰ ਰਿਜ਼ਲਟ ਦੇ ਦਿੰਦਾ ਹੈਗਾ। ਸੋ ਜਿਵੇਂ ਡਾਕਟਰ ਸਾਹਿਬ ਪਹਿਲਾਂ ਦੱਸ ਰਹੇ ਸੀਗੇ ਵੀ ਜੇ ਉਹ ਟੈਸਟ ਵੱਡੀ ਤਾਦਾਦ ਵਿੱਚ ਅਵੇਲੇਬਲ ਹੋ ਜਾਣਗੇ ਤਾਂ ਆਪਾਂ ਜਿਵੇਂ ਕੋਈ ਪੇਸ਼ੈਂਟ ਆਉਂਦੇ ਨੇ ਜਾਂ ਕੋਈ ਬਿਜ਼ਨਸ ਵਾਲੇ ਨੇ ਜਿਹੜੇ ਕੁਕਿੰਗ ਕਰਦੇ ਨੇ ਜਾਂ ਜਿਨ੍ਹਾਂ ਦਾ ਡਾਇਰੈਕਟ ਕੰਟੈਕਟ ਹੈਗਾ, ਉਹਨਾਂ ਨੂੰ ਟੈਸਟ ਕੀਤਾ ਜਾ ਸਕਦਾ ਹੈਗਾ। ਸੋ ਇਹ ਇੱਕ ਬਹੁਤ ਮੇਰੇ ਕਹਾਂਗੇ ਵੀ ਜਿਹੜੀ ਬਿਗ ਬ੍ਰੇਕ ਥਰੂ ਹੋਈ ਆ ਪਿਛਲੇ 3-4 ਹਫ਼ਤਿਆਂ 'ਚ, ਉਹ ਹੈਗੀ ਆ ਰੈਪਿਡ ਟੈਸਟਿੰਗ। ਪਹਿਲਾਂ ਜਦੋਂ ਅਸੀਂ ਟੈਸਟ ਕਰਦੇ ਸੀ 1 ਹਫ਼ਤਾ ਲੱਗ ਜਾਂਦਾ ਸੀ, ਉਹਨੇ ਨੂੰ ਜ਼ਿਆਦਾ ਮਰੀਜ਼ ਠੀਕ ਹੋ ਜਾਂਦਾ ਸੀ ਜਾਂ ਵਿਚਾਰਾ ਬਿਮਾਰ ਹੋ ਕੇ ਕਈ ਮਰ ਵੀ ਗਏ। ਸੋ ਉਹ ਹਫ਼ਤੇ ਦਾ ਕੋਈ ਫਾਇਦਾ ਨਹੀਂ ਸੀ। ਹੁਣ ਜਿਹੜਾ ਨਵਾਂ ਟੈਸਟ ਆਇਆ ਉਹ 15 ਮਿੰਟ ਦੇ ਵਿੱਚ, ਹੁਣ ਸਾਡੇ ਹਸਪਤਾਲ ਦੀ ਮੈਂ ਮਿਸਾਲ ਦਿੰਦਾ, ਸਾਡੇ ਹਸਪਤਾਲ ਦੇ ਵਿੱਚ 20-25 ਪੇਸ਼ੈਂਟ ਪਏ ਸੀ ਜਿਹੜੇ ਕਿ ਅਸੀਂ ਸੋਚ ਰਹੇ ਸੀ ਵੀ ਇਹਨਾਂ ਨੂੰ ਸ਼ੱਕ ਆ, ਉਹ ਵਿਚਾਰੇ ਜਿਵੇਂ ਜੇਲ੍ਹ ਵਿੱਚ ਹੁੰਦਾ ਕਿ ਕਮਰੇ 'ਚ ਬੰਦ ਕਰਤਾ ਉਹਨਾਂ ਨੂੰ। ਪਰ ਜਦੋਂ ਦਾ ਟੈਸਟ ਆਇਆ ਅਸੀਂ ਉਹ ਸਾਰੇ ਪੇਸ਼ੈਂਟਾਂ ਨੂੰ ਘਰੇ ਭੇਜਤਾ, ਕਿਉਂਕਿ ਉਹਨਾਂ ਦੇ ਸਾਰਿਆਂ ਦੇ ਟੈਸਟ ਨੈਗੇਟਿਵ ਆਏ, ਸਿਰਫ 2 ਪੇਸ਼ੈਂਟਾਂ ਦੇ ਪੋਜ਼ਿਟਿਵ ਆਏ। ਸੋ ਇੰਨਾ ਡਰਨਾ ਵੀ ਨਹੀਂ ਚਾਹੀਦਾ। ਇਹ ਡਰ ਹੈ ਨਾ ਜਿਹੜਾ, ਇਹ ਡਰ ਵੀ ਬਹੁਤ ਜ਼ਿਆਦਾ ਨੁਕਸਾਨ ਕਰਦਾ। ਜਿਹੜੀ ਬਿਮਾਰੀ ਤਾਂ ਭਿਆਨਕ ਹੈ ਹੀ ਹੈ, ਪਰ ਜਿਹੜਾ ਡਰ ਆ ਉਸ ਤੋਂ ਵੀ ਜ਼ਿਆਦਾ ਭਿਆਨਕ ਹੈ। ਸੋ ਆਪਾਂ ਨੂੰ ਇਸ ਨੂੰ ਰੈਸ਼ਨਲੀ, ਸਾਇੰਟੀਫਿਕਲੀ, ਜੋ ਵੀ ਸਾਡੇ ਕੋਲ ਟੈਕਨੋਲੋਜੀ ਅਵੇਲੇਬਲ ਅੱਜ, ਉਹਦੇ ਮੁਤਾਬਕ ਜੇ ਜ਼ਿਆਦਾ ਤੋਂ ਜ਼ਿਆਦਾ ਸਾਡੀ ਜਿਹੜੀ ਟੈਸਟਿੰਗ ਦੀਆਂ ਕਿਟਸ ਬਣਨੀਆਂ ਸ਼ੁਰੂ ਹੋ ਗਈਆਂ। ਜਿਹੜੀ ਮਸ਼ੀਨ ਆ ਉਹ ਵੀ ਕੋਈ ਬਹੁਤੀ ਮਹਿੰਗੀ ਨਹੀਂ ਆ, ਜਿਹੜੀ ਐਬਟ ਕੰਪਨੀ ਨੇ ਬਣਾਈ ਆ, ਹੋਰ ਵੀ ਕੰਪਨੀਆਂ ਬਣਾ ਰਹੀਆਂ ਨੇ। ਐਂਟੀਬਾਡੀ ਟੈਸਟ ਆ ਰਿਹਾ। ਸੋ ਬਹੁਤ ਨਵੀਆਂ ਗੱਲਾਂ ਆ ਰਹੀਆਂ ਜਿਹੜੀਆਂ ਕਿ ਵਿਦਨ ਨੈਕਸਟ ਮੰਥ ਸਾਡੇ ਕੋਲੇ ਰਿਸੋਰਸਿਸ ਹੋਣਗੇ ਵੀ ਅਸੀਂ ਬਹੁਤ ਜ਼ਿਆਦਾ ਲੋਕਾਂ ਨੂੰ ਈਜ਼ੀਲੀ ਟੈਸਟ ਕਰ ਸਕੋਗੇ ਤੁਸੀਂ। ਸੋ ਉਹਦੇ ਨਾਲ ਜਿਹੜਾ ਲੋਕਾਂ 'ਚ ਡਰ ਬਹੁਤ ਘੱਟ ਜਾਏਗਾ। ਆਪਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਬਿਮਾਰੀ ਦੀ ਕਿੰਨੀ ਕੁ ਤਾਦਾਦ ਹੈਗੀ ਆ। ਰਾਈਟ ਨਾਓ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਕਿੰਨੇ ਲੋਕਾਂ ਨੂੰ ਹੈ ਜਾਂ ਕਿਹਨੂੰ ਨਹੀਂ ਆ। ਅਸੀਂ ਹਰ ਕਿਸੇ ਨੂੰ ਇਹ ਸੋਚ ਕੇ ਚੱਲ ਰਹੇ ਹਾਂ ਵੀ ਹਰ ਕਿਸੇ ਨੂੰ ਬਿਮਾਰੀ ਆ, ਜਦੋਂ ਕਿ ਹਰ ਕਿਸੇ ਨੂੰ ਬਿਮਾਰੀ ਨਹੀਂ ਆ। ਬਹੁਤ ਸਮਾਲ ਪਰਸੈਂਟੇਜ ਨੂੰ ਇਹ ਬਿਮਾਰੀ ਹੈਗੀ ਆ। ਪਰ ਸਾਡੇ ਕੋਲੇ ਕਿਉਂਕਿ ਟੈਸਟਿੰਗ ਟੈਕਨੋਲੋਜੀ ਨਹੀਂ ਸੀ, ਹੁਣ ਉਹ ਟੈਕਨੋਲੋਜੀ ਕਰਕੇ ਅਸੀਂ ਇਹ, ਇੱਕ ਤਾਂ ਇਹ ਸਟੈਪ ਹੈਗਾ। ਦੂਜਾ ਜਿਹੜੀਆਂ ਕੁਝ ਨਵੀਆਂ ਦਵਾਈਆਂ ਆਈਆਂ ਹੈਗੀਆਂ ਜਿਹਦੇ ਦੇ ਨਾਲ ਕਿ ਅਜੇ ਉਹ FDA ਨੇ ਅਪਰੂਵ ਨਹੀਂ ਕੀਤੀਆਂ ਹੈਗੀਆਂ, ਪਰ ਰਿਸਰਚ ਚੱਲ ਰਹੀ ਆ ਵੀ ਕੋਈ ਨਾ ਕੋਈ ਇਹੋ ਜਿਹੀ ਦਵਾਈ ਹੈ ਜਿਹਦੇ ਨਾਲ ਕਿ ਜੇ ਕਿਸੇ ਨੂੰ ਬਿਮਾਰੀ ਇਹ ਸੀਰੀਅਸ ਹੁੰਦੀ ਵੀ ਆ ਤਾਂ ਉਹਦੀ ਜਾਨ ਬਚਾਈ ਜਾ ਸਕੇ। ਰਾਈਟ ਨਾਓ ਜਿਹੜੀ ਬਿਮਾਰੀ ਹੈ 90-95% ਲੋਕਾਂ ਨੇ ਤਾਂ ਠੀਕ ਹੋ ਜਾਣਾ, ਬਹੁਤੇ ਲੋਕਾਂ ਨੂੰ ਤਾਂ ਡਰ ਹੀ ਆ ਨਾ। ਸੋ ਡਰ ਕੱਢਣ ਦੇ ਲਈ ਟੈਸਟਿੰਗ ਤੇ ਨਵੀਆਂ ਦਵਾਈਆਂ। ਤੀਜਾ ਜੋ ਆਪਾਂ ਵੈਕਸੀਨ ਦੀ ਗੱਲ ਕੀਤੀ ਹੈਗੀ ਆ, ਸੋ ਇਹਦੇ ਨਾਲ ਜਿਹੜੇ ਬਿਜ਼ਨਸਿਸ ਨੇ ਉਹਨਾਂ ਤੇ ਵੀ ਇਹਦਾ ਇੰਪੈਕਟ ਪਏਗਾ। ਰਾਈਟ ਨਾਓ ਤਾਂ ਲੋਕਾਂ ਨੇ ਡਰ ਵਿੱਚ ਹੀ ਬੰਦ ਕੀਤੇ ਪਏ ਨੇ। ਪਹਿਲਾਂ ਜਿਵੇਂ ਕਵਿਰਾਜ ਜੀ ਨੇ ਗੱਲ ਕੀਤੀ, ਡਾਕਟਰ ਸਿੰਘ ਨੇ ਗੱਲ ਕੀਤੀ, ਇੱਕ ਹੋਰ ਬਹੁਤ ਵੱਡੀ ਇੰਡਸਟਰੀ ਉਹ ਹੈਗੀ ਹਸਪੀਟੈਲਿਟੀ, ਹੋਟਲਸ ਐਂਡ ਮੋਟਲਸ। ਸਾਰਾ ਅਮਰੀਕਾ ਇਸ ਚੀਜ਼ ਤੇ ਚੱਲਦਾ, ਕਰੋੜਾਂ ਅਰਬਾਂ ਦੀ ਇਨਵੈਸਟਮੈਂਟ, ਉਹ ਸਭ ਬੰਦ ਪਏ ਨੇ। ਸੋ ਇਹਦਾ ਇੰਪੈਕਟ ਜਿਹੜਾ ਇਕਨੋਮਿਕ ਇੰਪੈਕਟ ਹੈ ਉਹ ਤਾਂ ਮੈਨੂੰ ਲੱਗਦਾ 6 ਮਹੀਨੇ ਤੋਂ ਸਾਲ ਲੱਗੇਗਾ ਜੀ, ਫਿਰ ਜਾ ਕੇ ਆਪਾਂ ਨੂੰ ਬੈਟਰ ਆਈਡੀਆ ਹੋਏਗਾ। ਬਿਲਕੁਲ ਇਹੀ ਸਵਾਲ ਮੈਂ ਤੁਹਾਡੇ ਤੋਂ ਕਰਨਾ ਚਾਹਾਂਗਾ ਕਵਿਰਾਜ ਜੀ, ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਹਸਪਿਟੈਲਿਟੀ ਦੀ ਜਿਹੜੀ ਗੱਲ ਹੈਗੀ ਆ ਉੱਥੇ ਵੀ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਬੇਸ਼ੱਕ ਸਾਨੂੰ ਪੋਜ਼ਿਟਿਵ એનર્ਜੀ ਨਾਲ ਹੀ ਅੱਗੇ ਵਧਣਾ ਚਾਹੀਦਾ। ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਜਿਹੜਾ ਸਾਡੇ ਸਾਹਮਣੇ ਜਿਹੜਾ ਸ਼ਖਸ ਖੜਾ ਹੈ ਉਹ ਕਰੋਨਾ ਪੋਜ਼ਿਟਿਵ ਦਾ ਸ਼ਿਕਾਰ ਹੈ, ਬਲਕਿ ਇੱਕ ਚੰਗੀ ਸੋਚ ਦੇ ਨਾਲ ਹੀ ਅਸੀਂ ਘਰੋਂ ਬਾਹਰ ਨਿਕਲਾਂਗੇ। ਪਰ ਫਿਰ ਵੀ ਕਿਤੇ ਨਾ ਕਿਤੇ ਸਾਫ਼ ਸਫਾਈ ਦਾ ਜਿਹੜਾ ਧਿਆਨ ਹੈ ਬਹੁਤ ਜ਼ਰੂਰੀ ਰਹੇਗਾ ਆਉਣ ਵਾਲੇ ਸਮੇਂ ਵਿੱਚ, ਕਿਉਂਕਿ ਹਾਲੇ ਤਾਂ ਹੈ ਹੀ ਹੈ ਸਾਫ਼ ਸਫਾਈ, ਅਸੀਂ ਹਾਲੇ ਵੀ ਕਹਿੰਦੇ ਹਾਂ, ਲੇਕਿਨ ਜਦੋਂ ਲੋਕਡਾਊਨ ਖੁੱਲੇਗਾ ਉਸ ਤੋਂ ਬਾਅਦ ਵੀ ਸਾਫ਼ ਸਫਾਈ ਦਾ ਸਾਨੂੰ ਹੋਰ ਜ਼ਿਆਦਾ ਧਿਆਨ ਦੇਣਾ ਪਏਗਾ, ਉਸ ਤੇ ਬਹੁਤ ਜ਼ਿਆਦਾ ਤਵੱਜੋ ਦੇਣੀ ਪਏਗੀ। ਹਾਂਜੀ, ਸਾਡੇ ਇੱਥੇ ਅਗੇਨ ਸਾਡੀ ਹਾਲੀਵੁੱਡ ਇੰਡਸਟਰੀ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਸਾਡੇ ਐਕਚੁਅਲੀ ਯੂਨੀਅਨ ਰੂਲਸ ਨੇ, ਲਾਜ਼ ਨੇ ਬੜੇ, ਜਿਹੜੇ ਸਾਫ਼ ਸਫਾਈ, ਰਹਿਣਾ ਬਹਿਣਾ ਕਿਸ ਤਰ੍ਹਾਂ ਸੈੱਟ ਦੇ ਉੱਤੇ, ਕਲੈਂਜ਼ੀਨੈਸ ਬਹੁਤ ਇੰਪੋਰਟੈਂਟ ਹੈ। ਉਹਨੂੰ ਬਿਲਕੁਲ ਐਕਚੁਅਲੀ ਕਰੋਨਾ ਵਾਇਰਸ ਹੋਣ ਤੋਂ ਪਹਿਲਾਂ ਵੀ ਇਸ ਤਰ੍ਹਾਂ ਹੀ ਸੀਗਾ। ਪਰ ਮੈਂ ਨੋਟਿਸ ਕੀਤਾ ਕਿ ਇੰਡੀਆ 'ਚ ਕਾਫੀ ਸ਼ੂਟ ਕਰਦਾ ਅੱਜ ਕੱਲ੍ਹ, ਤੇ ਉੱਥੇ ਬਿਲਕੁਲ ਇਗਨੋਰ ਕਰਦੇ ਨੇ ਚੀਜ਼ਾਂ ਨੂੰ। ਕਰੂ ਬੜੇ ਹੁੰਦੇ, 200-250 ਬੰਦਾ ਹੁੰਦਾ ਕਰੂ ਦੇ ਉੱਤੇ, ਜਿਹੜੇ ਕੰਮ ਕਰ ਰਹੇ, ਲਾਈਟਿੰਗ, ਖਾਣੇ ਵਾਣੇ ਦੇ, ਟਰਾਂਸਪੋਰਟੇਸ਼ਨ ਦੇ ਸਾਰੇ ਨਾਲ ਮਿਲ ਕੇ।
ਇਹ ਉੱਥੇ ਵੀ ਆਈ ਥਿੰਕ ਮੇਰਾ ਲੱਗਦਾ ਕਿ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਬੜੀਆਂ ਥੋੜ੍ਹੀਆਂ ਜਿਹੀਆਂ ਐਜੂਕੇਟ ਕਰਨਾ ਚਾਹੀਦਾ ਲੋਕਾਂ ਨੂੰ ਕਿ ਸਾਫ਼ ਸਫਾਈ, ਸੋਸ਼ਲ ਡਿਸਟੈਂਸਿੰਗ ਚਲੋ ਠੀਕ ਹੈ, ਪਰ ਸਾਫ਼ ਸਫਾਈ ਬਹੁਤ ਜ਼ਰੂਰੀ ਹੈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ। ਤੇ ਬਾਕੀ ਇੰਪੈਕਟ ਤਾਂ ਹੁੰਦਾ ਹੈ ਜਿਸ ਤਰ੍ਹਾਂ ਸਾਡੀ ਇੰਡਸਟਰੀ ਨਾਲ ਸਪੈਸ਼ਲੀ ਬਹੁਤ ਜ਼ਿਆਦਾ ਇੰਡਸਟਰੀਜ਼ ਰਿਲੇਟਡ ਨੇ। ਕਲੀਨਿੰਗ ਕਰੂਜ਼ ਹੁੰਦੇ ਨੇ, ਆਪਣੇ ਹੋਟਲ ਇੰਡਸਟਰੀ ਹੋ ਗਈ, ਟਰਾਂਸਪੋਰਟੇਸ਼ਨ ਹੋ ਗਈ, ਫੂਡ ਇੰਡਸਟਰੀ, ਬਾਕੀ ਈਵਨ ਜਿਹੜੇ ਕਿ ਕੋਈ ਸੈੱਟ ਬਣਾਉਂਦੇ, ਕਾਰਪੈਂਟਰਸ, ਕੱਪੜੇ ਬਣਾਉਂਦੇ ਨੇ, ਕਾਸਟਿਊਮਸ, ਸੀਮਸਟਰਸ, ਜੀ ਬਹੁਤ ਮਲਟੀ ਇੰਡਸਟਰੀ ਨੂੰ ਇੰਪੈਕਟ ਕਰਦੀ ਸਾਡੀ ਇੰਡਸਟਰੀ। ਤੇ ਇਹ ਸਾਰਾ ਆਈ ਥਿੰਕ ਇੱਕ ਜਿਸ ਤਰ੍ਹਾਂ ਇਸ ਵਾਇਰਸ ਨੂੰ ਅਸੀਂ ਟੈਕਲ ਕਰਦੇ, ਇੱਕ ਤਾਂ ਚਲੋ ਮੈਡੀਕਲ ਪੁਆਇੰਟ ਆਫ ਵਿਊ ਤਾਂ ਮੈਂ ਡਾਕਟਰ ਤਾਂ ਨਹੀਂ ਹਾਂ, ਪਰ ਬੜੇ ਕਾਬਲ ਡਾਕਟਰ ਆਪਣੇ ਕੋਲ ਤੋਂ ਨਹੀਂ ਭਾਜੀ ਹੁਣੀ, ਜਿਨ੍ਹਾਂ ਨੇ ਬੜੇ ਅੱਛੇ ਖਿਆਲ ਦਿੱਤੇ ਨੇ ਕਿ ਫਰੋਮ ਆਪਣੇ ਬੇਸਿਕਲੀ ਡੇ ਟੂ ਡੇ ਪੁਆਇੰਟ ਆਫ ਵਿਊ ਕਿ ਸਾਨੂੰ ਇੱਕ ਲਾਈਫ ਸਟਾਈਲ ਸਾਨੂੰ ਆਪਣਾ ਚੇਂਜ ਕਰਨਾ ਪਏਗਾ। ਇਹ ਟੈਸਟਿੰਗ ਦੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਆਪਣੀ ਇੰਡਸਟਰੀ ਨਾਲ ਰਿਲੇਟ ਕਰਨਾ ਕਿ ਹਰ ਰੋਜ਼ ਹੋ ਸਕਦਾ ਹੈ ਕਿ ਪੋਸੀਬਿਲਿਟੀ ਕਿ ਮਸ਼ੀਨ ਹੋਏਗੀ ਸੈੱਟ ਦੇ ਉੱਤੇ ਕਿ ਸਾਰੇ ਕਰੂ ਨੂੰ, ਐਕਟਰਸ ਨੂੰ ਹਰ ਰੋਜ਼ ਟੈਸਟ ਕੀਤਾ ਜਾਵੇ, ਐਂਡ ਆਫ ਦਾ ਡੇ ਫਿਰ ਟੈਸਟ ਕੀਤਾ ਜਾਵੇ। ਤੇ ਇਸ ਤਰ੍ਹਾਂ ਆਸਤੇ ਆਸਤੇ ਸਾਰੀ ਇੰਡਸਟਰੀਜ਼ ਮੁੜ ਕੇ ਸ਼ੁਰੂ ਕਰਨੀਆਂ ਪੈਣਗੀਆਂ, ਖੋਲ੍ਹਣੀਆਂ ਪੈਣਗੀਆਂ। ਤੇ ਆਈ ਥਿੰਕ ਦੂਸਰਾ ਡਾਕਟਰ ਸਾਹਿਬ ਤੁਹਾਨੂੰ ਭਾਜੀ ਦੋਨਾਂ ਨੂੰ ਮੈਂ ਜਸਟ ਮੈਨੂੰ ਇੱਕ ਥਾਟ ਆਈ ਹੈ ਕਿ ਜਿਹੜਾ 1918 ਦਾ ਇਨਫਲੂਐਂਜ਼ਾ ਵਾਇਰਸ ਹੋਇਆ ਸੀ, ਆਈ ਥਿੰਕ ਉਸ ਨੂੰ ਵੀ ਥੋੜਾ ਸਟੱਡੀ ਕਰਨਾ ਚਾਹੀਦਾ ਹੈ ਕਿ ਉਹਦਾ ਇੰਪੈਕਟ ਕਿਸ ਤਰ੍ਹਾਂ ਸੀਗਾ, ਫਿਰ ਫਾਈਨਲੀ ਉਹਨੂੰ ਕਿਸ ਤਰ੍ਹਾਂ ਡਿਫੀਟ ਕੀਤਾ, ਕਿਸ ਤਰ੍ਹਾਂ ਕੰਟਰੋਲ ਕੀਤਾ ਗਿਆ। ਤੇ ਉਸ ਤੋਂ ਪਹਿਲੇ ਆਪਣੇ ਇੰਡੀਆ ਦੇ ਵਿੱਚ ਜਿਹੜੀ ਕਿ ਅਗੇਨ ਇੱਕ ਪਲੇਗ ਸ਼ੁਰੂ ਹੋਈ ਸੀ ਚਾਈਨਾ ਤੋਂ ਲੇਟ 1800s ਅਰਲੀ 1900s ਦੇ ਵਿੱਚ। ਉਹ ਇੱਕ ਪਲੇਗ ਸੀ, ਉਹਦੇ ਵਿੱਚ ਆਲਮੋਸਟ 80 to 100 ਮਿਲੀਅਨ ਲੋਕੀ ਮਰੇ ਸੀਗੇ। ਅਗੇਨ ਸ਼ੁਰੂ ਚਾਈਨਾ ਤੋਂ ਹੋਈ ਸੀ, ਉੱਪਰ 7-8 ਸਾਲ ਲੱਗੇ ਉਹਨੂੰ ਆਪਣੇ ਪੰਜਾਬ ਏਰੀਆ ਜਾਣ ਨੂੰ, ਸਪੈਸ਼ਲੀ ਸਾਡੇ ਜਲੰਧਰ, ਹੁਸ਼ਿਆਰਪੁਰ ਏਰੀਆ ਕਾਫੀ ਹਾਰਡ ਹਿੱਟ ਹੋਏ ਸੀ। ਐਂਡ ਵਨ ਆਫ ਦਾ ਰੀਜ਼ਨਸ ਅਸੀਂ ਇਸ ਏਰੀਆ ਦੇ ਲੋਕੀ ਮਾਈਗ੍ਰੇਟ ਹੋਣ ਲੱਗੇ ਨਾਰਥ ਅਮਰੀਕਾ ਨੂੰ ਵਾਜ਼ ਦ ਇੰਪੈਕਟ ਆਫ ਦਾ ਪਲੇਗ। ਉਹਦਾ ਆਫਟਰ ਰਿਜ਼ਲਟ ਟੱਬਰਾਂ ਦੇ ਟੱਬਰ ਮਰ ਗਏ ਸੀਗੇ। ਤੇ ਸਾਡਾ ਪਰਸਨਲ ਥੋੜਾ ਜਿਹਾ ਕਨੈਕਸ਼ਨ ਉਸ ਪਲੇਗ ਦੇ ਨਾਲ ਕਿ ਮੇਰੇ ਗ੍ਰੈਂਡਫਾਦਰ, ਮੇਰੇ ਬਾਬਾ ਜੀ ਦਾ ਪਹਿਲਾ ਪਰਿਵਾਰ ਜਿਹੜਾ ਸੀ ਉਹ ਪੂਰਾ ਖਤਮ ਹੋ ਗਿਆ ਸੀ, ਸਿਰਫ ਮੇਰੇ ਬਾਬਾ ਜੀ ਰਹਿ ਗਏ ਸੀ। ਅਸੀਂ ਉਹਨਾਂ ਦੀ ਸੈਕੰਡ ਮੈਰਿਜ ਤੋਂ ਆ। ਸਾਡਾ ਅੱਗੇ ਵਾਲੀ ਫੈਮਿਲੀ ਸਾਡੇ ਮੇਰੇ ਫਾਦਰ ਦਾ, ਸਾਡੇ ਤਾਇਆ ਜੀ ਤੋਂ, ਸਾਡੀ ਭੂਆ ਜੀ। ਤੇ ਇਸ ਤਰ੍ਹਾਂ ਦਾ ਆਈ ਥਿੰਕ ਪੁਰਾਣੀਆਂ ਪਲੇਗਸ ਹੋਈਆਂ, ਵਾਇਰਸਿਸ ਹੋਏ, ਇਹਨਾਂ ਨੂੰ ਸਟੱਡੀ ਕਰਨਾ ਚਾਹੀਦਾ ਕਿ ਉਸ ਟਾਈਮ ਤੇ ਕਿਸ ਤਰ੍ਹਾਂ ਇਹ ਕੰਟਰੋਲ ਕੀਤੀਆਂ ਗਈਆਂ ਸੀ, ਕਿ ਕਿਸ ਤਰ੍ਹਾਂ ਇਹ ਲਾਈਫ ਮੁੜ ਕੇ ਫਿਰ ਕਿਸ ਤਰ੍ਹਾਂ ਸ਼ੁਰੂ ਹੋਈ ਸੀ। ਤੇ ਆਈ ਥਿੰਕ ਵੀ ਕੈਨ ਲਰਨ ਅ ਲੋਟ ਫਰਮ ਦੈਟ, ਸਪੈਸ਼ਲੀ 1918 ਦਾ ਜਿਹੜਾ ਵਾਇਰਸ ਫਲੂ ਸੀਗਾ। ਇੱਕ ਪੜ੍ਹਨੇ ਜਾਂਦਾ ਕਿ ਫਿਲਾਡੈਲਫੀਆ ਦੇ ਵਿੱਚ ਲੋਕਾਂ ਨੇ ਆਫਟਰ ਫਸਟ ਵਰਲਡ ਵੋਰ ਤੋਂ ਇੱਕ ਕੋਈ ਪਰੇਡ ਕੀਤੀ, ਉਹ ਨਹੀਂ ਸੁਣਿਆ ਨਹੀਂ, ਬਾਕੀ ਸਾਰੀ ਕੰਟਰੀ ਲਾਕਡਾਊਨ ਹੋ ਗਈ ਸੀ, ਫਿਲਾਡੈਲਫੀਆ ਵਾਲਿਆਂ ਨੇ ਸੁਣਿਆ ਨਹੀਂ। ਉਹ ਪਲੇਗ ਦੇ ਬਾਅਦ ਪਰੇਡ ਤੋਂ ਬਾਅਦ ਆਲਮੋਸਟ 100,000 ਪੀਪਲ ਡਾਈ। ਸੋ ਇਸ ਤਰ੍ਹਾਂ ਦੀਆਂ ਡਾਕਟਰ ਰਾਜੂ ਜੀ, ਇਹ ਸਵਾਲ ਤੁਹਾਡੇ ਤੋਂ ਵੀ, ਇਹ ਸਿੱਧਾ ਸਵਾਲ ਤੁਹਾਡੇ ਤੋਂ ਆਉਂਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸਾਡੀਆਂ ਵਰਲਡ ਹੈਲਥ ਆਰਗੇਨਾਈਜੇਸ਼ਨਸ ਨੇ ਉਹ ਇਹਨਾਂ ਚੀਜ਼ਾਂ ਤੋਂ ਸਿੱਖ ਨਹੀਂ ਪਾ ਰਹੀਆਂ ਕਿ ਆਖਰ ਜਦੋਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਤਾਂ ਸਾਨੂੰ ਉਸ ਤੋਂ ਪਹਿਲਾਂ ਹੀ ਇਸ ਦੇ ਰੋਕਥਾਮ ਦੀਆਂ ਚੀਜ਼ਾਂ ਜਿਹੜੀਆਂ ਨੇ ਪਹਿਲਾਂ ਹੀ ਕੱਢ ਲੈਣੀ ਚਾਹੀਦੀ ਹੈ। ਕਰੋਨਾ ਵਾਇਰਸ, ਅੱਜ ਅਸੀਂ 21ਵੀਂ ਸਦੀ ਵਿੱਚ ਜੀ ਰਹੇ ਹਾਂ, ਲੇਕਿਨ ਕਰੋਨਾ ਵਾਇਰਸ ਦਾ ਹਾਲੇ ਤੱਕ ਅਸੀਂ ਵੈਕਸੀਨ ਨਹੀਂ ਕੱਢ ਪਾਏ। ਇਸ ਦਾ ਮੁੱਖ ਕਾਰਨ ਕੀ ਤੁਸੀਂ ਮੰਨ ਰਹੇ ਹੋ? ਇਹਦੇ ਵਿੱਚ ਦੇਖੋ, ਜਿਹੜੀ ਸਾਡੀ ਰਾਜਨੀਤਿਕ ਲੀਡਰਸ਼ਿਪ ਹੈ ਉਹਦੀ ਜਿੱਦਾਂ ਕਹਿੰਦੇ ਨੇ ਵੀ ਵਕਤ ਦੇ ਉੱਤੇ ਐਕਟ ਕਰਨਾ। ਹੁਣ ਬਿਲ ਗੇਟਸ ਨੇ 2 ਸਾਲ ਪਹਿਲਾਂ ਦੀ ਉਹਦੀ ਟੈਡ ਟਾਕ ਜਿਹੜੀ ਉਹ ਸਾਰੀ ਵੀਡੀਓ ਦੇਖੋ, ਉਹਦੇ ਵਿੱਚ ਉਹਨੇ ਸਾਰਾ ਪ੍ਰੈਡਿਕਟ ਕੀਤਾ ਵੀ ਕਿਸ ਤਰ੍ਹਾਂ ਜਿਹੜੀ ਇਸ ਕਿਸਮ ਦੀ ਜਦੋਂ ਮਹਾਮਾਰੀ ਆਣੀ ਹੈ, ਪੈਂਡੈਮਿਕ ਆਣਾ, ਤੇ ਉਹਦੇ ਲਈ ਸਾਨੂੰ ਰਿਸੋਰਸਿਸ ਗਵਰਨਮੈਂਟ ਨੂੰ ਕਿੱਦਾਂ ਕਰਨ ਦੀ ਲੋੜ ਹੈਗੀ ਹੈ। ਪਰ ਉਹਦੀ ਸਾਰਿਆਂ ਨੇ ਇਗਨੋਰ ਕੀਤੀ ਹੈ ਤੇ ਹੁਣ ਉਹ ਸਾਰੇ ਉਸ ਗੱਲ ਦੇ ਉੱਤੇ ਵਿਚਾਰ ਕਰ ਰਹੇ ਨੇ। ਦੂਜੀ ਗੱਲ, ਜਿੱਦਾਂ ਅਮਰੀਕਨ ਗਵਰਨਮੈਂਟ ਨੇ ਬਿਲਕੁਲ ਐਕਟ ਹੀ ਨਹੀਂ ਕੀਤਾ ਜਦੋਂ ਕਿ ਪਤਾ ਲੱਗ ਗਿਆ ਸੀਗਾ ਵੀ ਜਨਵਰੀ 20 ਨੂੰ ਪਹਿਲਾ ਟੈਸਟ ਪੋਜ਼ਿਟਿਵ ਆਉਂਦਾ ਹੈ ਤੇ ਰਿਸਟ੍ਰਿਕਸ਼ਨ ਜਾ ਕੇ 31 ਜਨਵਰੀ ਨੂੰ ਲੱਗਦੀ ਹੈ ਤੇ ਉਸ ਤੋਂ ਬਾਅਦ ਲੋਕਡਾਊਨ ਤਾਂ ਕਿੰਨੇ ਹਫ਼ਤਿਆਂ ਬਾਅਦ ਇਹ ਜਿਹੜੇ ਰეკਮੈਂਡੇਸ਼ਨਸ ਆਈਆਂ ਨੇ, ਉਹ ਜਿਹੜਾ ਕ੍ਰਿਟੀਕਲ ਟਾਈਮ ਪੀਰੀਅਡ ਸੀਗਾ ਉਹਦੇ ਕਰਕੇ ਨੁਕਸਾਨ ਹੋਇਆ। ਬਾਕੀ ਹੁਣ ਜਿੱਥੇ ਜਿੱਥੇ ਇਮੀਡੀਏਟ ਐਕਸ਼ਨ ਲਿਆ ਗਿਆ ਉੱਥੇ ਇਹ ਸਿਚੁਏਸ਼ਨ ਕਾਫੀ ਕੰਟਰੋਲ 'ਚ ਆਈ ਹੈ। ਤੇ ਹੁਣ ਜਿਸ ਤਰ੍ਹਾਂ ਦੇ ਰਿਸਟ੍ਰਿਕਸ਼ਨਸ ਚਾਈਨਾ ਨੇ ਤੇ ਸਾਊਥ ਕੋਰੀਆ ਨੇ ਲਗਾਏ ਨੇ, ਉਹਦੇ ਤੋਂ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਤੇ ਅਮਰੀਕਨ ਗਵਰਨਮੈਂਟ ਨੂੰ ਵੀ ਇਹਦੇ ਉੱਤੇ ਆਪਣਾ ਥੋੜਾ ਜਿਹਾ ਐਕਸ਼ਨ ਜਾਣਾ ਜ਼ੋਰਦਾਰ ਤਰੀਕੇ ਨਾਲ ਲੈਣਾ ਪੈਣਾ। ਇੱਥੇ ਪ੍ਰੋਬਲਮ ਇਹ ਹੈ ਕਿ ਇੱਕ ਤਾਂ ਉਹ ਪੋਲੀਟੀਕਲ ਡਿਫਰੈਂਸਿਸ ਕਰਕੇ ਵੀ ਜਿਹੜਾ ਇਹਦਾ ਸੋਲੂਸ਼ਨ ਲੱਭਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਬਿਕੋਜ਼ ਐਵਰੀਬਡੀ ਇਜ਼ ਟਰਾਈਂਗ ਟੂ ਬੀ, ਇਹਦੇ ਵਿੱਚ ਵੀ ਪੋਲੀਟੀਸਾਈਜੇਸ਼ਨ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਹੁਣ ਕਈ ਬੰਦੇ ਕਹਿ ਰਹੇ ਕਿ ਜੀ ਰਿਸਟ੍ਰਿਕਸ਼ਨਸ ਖੋਲੋ, ਸਾਨੂੰ ਕੰਮ ਤੇ ਜਾਣ ਦਿਓ,
ਵੀ ਵਿਦਆਊਟ ਚੈਕਿੰਗ ਐਂਡ ਵਿਦਆਊਟ ਹੈਵਿੰਗ ਅ ਪ੍ਰੋਪਰ ਇਨਫਰਾਸਟ੍ਰਕਚਰ ਇਨ ਪਲੇਸ ਕਿਸ ਤਰ੍ਹਾਂ ਇਹ ਜਿਹੜਾ ਦੁਬਾਰਾ ਲੋਕਡਾਊਨ ਖੋਲ ਦਿੱਤਾ ਜਾਵੇ। ਇਹ ਚੀਜ਼ਾਂ ਦੇ ਉੱਤੇ ਸਾਨੂੰ ਥੋੜਾ ਜਿਹਾ ਵਿਚਾਰ ਕਰਨਾ ਪੈਣਾ। ਜਿਹੜੀ ਇੱਕ ਗੱਲ ਮੈਂ ਨਾਲ ਸ਼ੇਅਰ ਕਰ ਦੇਵਾਂ, ਡਾਕਟਰ ਕੰਗ ਹੋਣਾ ਨੇ ਜਿਹੜੀ ਗੱਲ ਐਡ ਕੀਤੀ ਸੀ, ਉਹ ਇਹ ਹੈ ਕਿ ਜਿਸ ਤਰ੍ਹਾਂ ਹੁਣ ਚਾਈਨਾ ਦੇ ਵਿੱਚ ਉਹਨਾਂ ਨੇ ਜਿਹੜੀ ਰੈਪਿਡ ਟੈਸਟਿੰਗ ਦੇ ਨਾਲ ਫੋਨ ਦੇ ਉੱਤੇ ਉਹਨਾਂ ਦੇ ਉਹ ਆ ਜਾਂਦਾ ਹੈ ਤੇ ਤੁਸੀਂ ਉਹਨੂੰ ਸਕੈਨ ਕਰਕੇ ਪਤਾ ਕਰ ਸਕਦੇ ਹੋ ਕਿ ਜਿਹਦੇ ਫੋਨ ਦੇ ਵਿੱਚ ਉਹਨੂੰ ਉਹ ਸਰਟੀਫਿਕੇਟ ਮਿਲ ਜਾਂਦਾ ਕਿ ਜਿਹੜੀ ਟੈਸਟਿੰਗ ਹੋਈ ਹੋਈ ਹੀ ਇਜ਼ ਨਾਟ ਨੋ ਲੋਂਗਰ ਪੋਜ਼ਿਟਿਵ। ਉਸ ਕਿਸਮ ਦੇ ਜਿਹੜੇ ਟੂਲਸ ਨੇ, ਐਪਸ ਨੇ, ਜਿਹੜੀਆਂ ਕਿ ਹੈਲਪਫੁਲ ਹੋ ਸਕਦੀਆਂ ਨੇ ਅੱਗੇ ਜਿਹੜੇ ਨਾਰਮਲ ਲਾਈਫ ਨੂੰ ਥੋੜਾ ਜਿਹਾ ਅੱਗੇ ਤੋਰਨ ਲਈ। ਸੋ ਉਹ ਡਾਕਟਰਸ ਨੂੰ ਵੀ ਲੋੜ ਪੈਣੀ ਹੈ, ਹਸਪੀਟਲਸ ਨੂੰ ਵੀ ਲੋੜ ਪੈਣੀ ਹੈ, ਸਰਵਿਸ ਇੰਡਸਟਰੀ ਨੂੰ ਵੀ ਲੋੜ ਪੈਣੀ ਹੈ। ਸੋ ਆਈ ਐਮ ਸ਼ੋਰ ਦੋਸ ਥਿੰਗਸ ਆਰ ਗੋਇੰ ਟੂ ਬੀ ਆਊਟ ਦੇਅਰ, ਬੜੀ ਛੇਤੀ ਬਾਹਰ ਆ ਜਾਣਗੀਆਂ ਅਮਰੀਕਾ 'ਚ ਵੀ। ਡਾਕਟਰ ਬਿਲਕੁਲ ਡਾਕਟਰ ਕੰਗ ਸਾਹਿਬ ਨੂੰ ਤੁਹਾਡੇ ਕੋਲ ਆਵਾਂਗਾ ਕਿਉਂਕਿ ਡਾਕਟਰ ਰਾਜਵੰਤ ਸਿੰਘ ਜੀ ਨੇ ਬਹੁਤ ਬਖੂਬੀ ਦੱਸਿਆ ਕਿ ਅਸੀਂ ਕਿੱਥੇ ਲੈਕ ਕਰ ਰਹੇ ਹਾਂ, ਸਾਡੀਆਂ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਕਿੱਥੇ ਲੈਕ ਕਰ ਰਹੀ ਹੈ, ਅਸੀਂ ਸਮੇਂ ਦੇ ਨਾਲ ਨਹੀਂ ਚੱਲ ਪਾ ਰਹੇ। ਤੁਸੀਂ ਕਿਸ ਤਰ੍ਹਾਂ ਇਸ ਨੂੰ ਬਿਆਨ ਕਰੋਗੇ ਕਿ ਕੀ ਅਸੀਂ 21ਵੀਂ ਸਦੀ ਵਿੱਚ ਹੋ ਕੇ ਵੀ ਅਸੀਂ ਹਲੇ ਵੀ ਆਪਣੇ ਆਪ ਨੂੰ ਐਡਵਾਂਸ ਨਹੀਂ ਕਰ ਪਾਏ, ਕਿ ਅਸੀਂ ਆਉਣ ਵਾਲਾ ਭਵਿੱਖ ਨਹੀਂ ਦੇਖ ਪਾ ਰਹੇ ਕਿ ਸਾਨੂੰ ਅੱਜ ਅਸੀਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਾਂ, ਕੱਲ ਨੂੰ ਹੋ ਸਕਦਾ ਕੋਈ ਹੋਰ ਇੱਕ ਨਵੀਂ ਬਿਮਾਰੀ ਪੈਦਾ ਹੋ ਜਾਏ, ਕਿ ਅਸੀਂ ਪਹਿਲਾਂ ਹੀ ਉਸ ਦੀ ਰੋਕਥਾਮ ਲਈ ਕੋਈ ਪੁਖਤਾ ਯਤਨ ਨਹੀਂ ਕਰ ਪਾ ਰਹੇ, ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਕਾਮਯਾਬ ਸਿੱਧ ਨਹੀਂ ਹੋ ਪਾ ਰਹੀ ਇਸ ਲਈ? ਦੇਖੋ ਜੀ, ਇਹਦੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਉਹ ਸਾਡੇ ਅਮਰੀਕਾ ਤੇ ਹੀ ਆਉਣੀ ਆ, ਤੇ ਮੈਂ ਇਸ ਚੀਜ਼ ਨੂੰ ਬੜੇ ਕੌਨਫੀਡੈਂਸ ਨਾਲ ਕਹਿ ਰਿਹਾ ਵੀ ਜਿਹੜੇ ਅਮਰੀਕਾ ਦੇ ਵਿੱਚ ਸਾਇੰਟਿਸਟ ਤੇ ਡਾਕਟਰ ਨੇ, ਦੇ ਆਰ ਵੈਰੀ ਕੈਪੇਬਲ, ਤੇ ਜੇ ਰਾਈਟ ਫੰਡਿੰਗ ਉਹਨਾਂ ਨੂੰ ਮਿਲੇਗੀ ਤੇ ਇਹਦਾ ਕੋਈ ਨਾ ਕੋਈ ਹੱਲ ਲੱਭ ਲਿਆ ਜਾਏਗਾ। ਸੋ ਇਹ ਜਿਹੜੇ ਮੈਂ ਪੋਲਿਟਿਕ ਵਿੱਚ ਨਹੀਂ ਜਾਣਾ, ਐਗਰੀ ਵੀ ਇਹ ਤੇ ਐਕਸ਼ਨ ਜਿਹੜਾ ਪਹਿਲਾਂ ਲੈਣਾ ਚਾਹੀਦਾ ਸੀ। ਪਹਿਲਾਂ ਜੋ ਕਵਿਰਾਜ ਜੀ ਨੇ ਗੱਲ ਕੀਤੀ, ਜਿਹੜਾ ਸਵਾਈਨ ਫਲੂ ਹੋਇਆ ਸੀਗਾ, ਸਪੈਨਿਸ਼ ਫਲੂ ਜਿਹੜਾ 1918 ਚ, ਉਹ ਸੋਸ਼ਲ ਡਿਸਟੈਂਸਿੰਗ ਦਾ ਹੀ ਉੱਤੇ ਜਿਹੜਾ ਮੇਨ ਸੀਗਾ, ਉਦੋਂ ਕੋਈ ਇਲਾਜ ਨਹੀਂ ਸੀ ਹੁੰਦਾ, ਉਦੋਂ ਕਰੋੜਾਂ ਲੋਕ ਮਰੇ ਸੀ। ਬਾਅਦ ਚ ਲੋਕਾਂ 'ਚ ਇੰਨੇ ਲੋਕ ਮਰ ਗਏ, ਇਮਿਊਨਿਟੀ ਡਿਵੈਲਪ ਹੋ ਗਈ ਤੇ ਹੌਲੀ ਹੌਲੀ ਉਹ ਜਿਹੜੀ ਦੁਬਾਰਾ ਉਹਨਾਂ ਸਵੀਅਰ ਨਹੀਂ ਹੋਇਆ, ਮਤਲਬ ਵੀ ਉਹ ਸਭ ਤੋਂ ਵੱਡੀ ਮਹਾਮਾਰੀ ਮੰਨੀ ਜਾਂਦੀ ਆ ਪਿਛਲੇ 150 ਸਾਲ ਦੇ ਵਿੱਚ। ਸੋ ਜਿਹੜਾ ਪਲੇਗ ਆ ਉਹ ਡਿਫਰੈਂਟ ਆ, ਉਹ ਬੈਕਟੀਰੀਆ ਹੈਗਾ, ਉਹਦਾ ਇਲਾਜ ਵੀ ਹੈਗਾ ਹੁਣ। ਸੋ ਜਿਹੜੀ ਕਰੋਨਾ ਵਾਇਰਸ ਦੀ ਗੱਲ ਹੈਗੀ ਆ, ਇਹ ਕੋਈ ਨਵੀਂ ਵਾਇਰਸ ਨਹੀਂ ਹੈਗੀ, ਇਹ ਕਰੋਨਾ ਵਾਇਰਸਿਸ ਅੱਗੇ ਵੀ ਐਗਜ਼ਿਸਟ ਕਰਦੀਆਂ। ਇਹ ਉਹਦਾ ਇੱਕ ਸਟ੍ਰੇਨ ਹੈਗਾ ਜਿਹੜਾ ਕਿ ਬਹੁਤ ਵਿਰੂਲੈਂਟ ਸਟ੍ਰੇਨ ਹੈਗਾ। ਸੋ ਹਜੇ ਤਾਈਂ ਬਹੁਤ ਰਿਸਰਚ ਹੋ ਰਹੀ ਆ ਵੈਕਸੀਨੇਸ਼ਨ ਦੀ। ਦੂਸਰਾ ਜਿਹੜਾ ਹੈਗਾ, ਸਾਡੇ ਕੋਲੇ ਬਹੁਤ ਥੋੜਾ ਸਮਾਂ ਹੈਗਾ, ਸਾਨੂੰ ਨਾ ਥੋੜਾ ਟਾਈਮ ਦਿਓ, ਤੇ ਬਹੁਤ ਇਸ ਚੀਜ਼ ਨੂੰ ਸਟੱਡੀ ਕੀਤਾ ਜਾ ਰਿਹਾ, ਕੋਈ ਨਾ ਕੋਈ ਹੱਲ ਲੱਭ ਲਿਆ ਜਾਏਗਾ। ਬਿਲਕੁਲ ਭਰੋਸਾ ਰੱਖੋ, ਜਿਹੜੀ ਕਹਿੰਦੇ ਨਾ ਹਿਊਮਨ ਇੰਟੈਲੀਜੈਂਸ ਜਾਂ ਹਿਊਮਨ ਇਨਜੁਐਨਿਟੀ ਹੈਗੀ ਆ, ਵੀ ਵਿਲ ਫਾਈਂਡ ਅ ਸੋਲੂਸ਼ਨ। ਠੀਕ ਹੈ, ਇਹਦੇ ਨਾਲ ਇੱਕ ਬਹੁਤ ਵੱਡਾ ਝਟਕਾ ਲੱਗਿਆ ਹੈਗਾ ਸਾਰੀ ਦੁਨੀਆ ਨੂੰ, ਇਕੱਲੇ ਮੌਤਾਂ ਨਹੀਂ ਹੋਈਆਂ, ਇਕਨੋਮਿਕਲ ਡੈਮੇਜ ਤੇ ਇਮੋਸ਼ਨਲ ਫੀਅਰ, ਉਹ ਸਾਰਾ ਕੁਝ ਹੈਗਾ। ਪਰ ਮੈਂ ਇਹ ਕਹਿ ਸਕਦਾ ਵੀ ਇਸ ਬਾਰੇ ਸਾਨੂੰ ਜਿਹੜਾ ਗਿਆਨ ਆ, ਦਿਨ ਪਰ ਦਿਨ ਸਾਡੀ ਇਸ ਬਾਰੇ ਵਾਇਰਸ ਬਾਰੇ ਨੌਲੇਜ ਵੱਧ ਰਹੀ ਆ। Within 3 months or so, we will be much more able to give you a definite answer. So, ਇੱਕ ਗੱਲ ਮੈਂ ਜ਼ਰੂਰ ਕਹਾਂਗਾ, ਜੋ ਰਾਜਵੰਤ ਉਹਨਾਂ ਨੇ ਵੀ ਕਹੀ ਆ, ਅਮਰੀਕਾ 'ਚ ਜਿਹੜਾ ਪਬਲਿਕ ਹੈਲਥ ਸਿਸਟਮ ਉਹ ਪਹਿਲਾਂ ਬਹੁਤ ਸਟਰੋਂਗ ਹੁੰਦਾ ਸੀ। ਪਿਛਲੇ 20-25 ਸਾਲਾਂ ਦੇ ਵਿੱਚ ਨਾ ਇੰਨੀ ਕਮਰਸ਼ੀਅਲਾਈਜੇਸ਼ਨ ਤੇ ਆਊਟਸੋਰਸਿੰਗ ਹੋ ਗਈ ਹਰ ਚੀਜ਼ ਦੀ, ਤੇ ਅਸੀਂ ਉਹ ਅੱਗੇ ਮਤਲਬ ਹਰ ਕੰਮ ਜਿਹੜਾ ਹੈਗਾ ਉਹ ਕਮਰਸ਼ੀਅਲ ਹੋ ਗਿਆ, ਰਾਦਰ ਦੈਨ ਕਿ ਉਹਦਾ ਜਿਹੜਾ ਰੋਲ ਸੀ ਰੋਕਥਾਮ ਕਰਨਾ। ਸੋ ਜਿਹੜੇ ਪਬਲਿਕ ਹੈਲਥ ਡਿਪਾਰਟਮੈਂਟ ਨੇ ਉਹ ਸਾਰੇ ਸਟਰੋਂਗ ਕਰਨ ਦੀ ਲੋੜ ਹੈਗੀ ਆ। ਤੇ ਜਿਹੜੀ WHO ਹੈ, WHO ਤੇ ਇੰਨੀ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ WHO ਤਾਂ ਸਾਰੀ ਫੰਡਿੰਗ ਹੀ ਅਮਰੀਕਾ ਦਿੰਦਾ ਹੈਗਾ। ਸੋ ਬੇਸਿਕਲੀ ਇਹਦਾ ਕੋਈ ਟ੍ਰੀਟਮੈਂਟ ਜਾਂ ਹੱਲ ਉਹ ਲੱਭਣਾ ਸਾਡੇ ਅਮਰੀਕਾ ਦੇ ਸਾਇੰਟਿਸਟਾਂ ਦੀ ਹੀ ਜ਼ਿੰਮੇਵਾਰੀ ਬਣਨੀ ਆ। ਇਸ ਇਸ਼ੂ ਨੂੰ ਪੋਲਿਟਿਕਸ ਤੋਂ ਪਾਸੇ ਰੱਖ ਕੇ ਇੱਕ ਇਨਸਾਨੀਅਤ ਦਾ ਮਸਲਾ ਸਮਝ ਕੇ ਦੇਖੋ, ਅਮਰੀਕਾ ਨੇ ਬਿਜਲੀ ਦੀ ਕਾਢ ਕੱਢੀ, ਅਮਰੀਕਾ ਨੇ ਕਾਰ ਦੀ ਕਾਢ ਕੱਢੀ, ਅਮਰੀਕਾ ਨੇ ਹਵਾਈ ਜਹਾਜ਼ ਦੀ ਕਾਢ ਕੱਢੀ, ਅਮਰੀਕਾ ਨੇ ਰਾਕਟ ਦੀ ਕਾਢ ਕੱਢੀ, ਅਮਰੀਕਾ ਨੇ WhatsApp ਬਣਾਇਆ, ਤੁਹਾਡਾ ਆਹ ਜਿਹੜੀ ਟੈਕਨੋਲੋਜੀ ਤੇ ਆਪਾਂ ਗੱਲਾਂ ਕਰ ਰਹੇ ਹਾਂ, ਸਾਰੀਆਂ ਕਾਢਾਂ ਇਸ ਕੰਟਰੀ ਨੇ ਕੱਢੀਆਂ। ਇਹ ਕੰਟਰੀ ਬੜੀ ਕੈਪੇਬਲ ਆ। ਕਈ ਲੋਕ ਸ਼ੱਕ ਕਰ ਰਹੇ ਨੇ ਵੀ ਸ਼ਾਇਦ ਅਮਰੀਕਾ 'ਚ ਕਰੋਨਾ ਵਾਇਰਸ ਹੋ ਗਈ ਤੇ ਅਮਰੀਕਾ ਪਤਾ ਨਹੀਂ ਹੁਣ ਇਹ ਨੰਬਰ 1 ਨਹੀਂ ਰਹੇਗਾ। ਅਮਰੀਕਾ ਨੰਬਰ 1 ਹੀ ਰਹੇਗਾ ਤੇ ਅਮਰੀਕਾ ਇਸ ਚੀਜ਼ ਦਾ ਹੱਲ ਲੱਭ ਵੀ ਲਏਗਾ। ਪਰ ਇਹ ਜ਼ਰੂਰ ਹੈ ਵੀ ਅਸੀਂ ਇਸ ਵਿੱਚ ਦੇਰ ਜ਼ਰੂਰ ਕੀਤੀ ਆ, ਇਹ ਗੱਲ ਨਾਲ ਮੈਂ ਸਹਿਮਤ ਹਾਂ। ਚਲੋ ਹੁਣ ਵਿਦਿਆਰਥੀਆਂ ਦੀ ਗੱਲ ਕਰ ਲੈਂਦੇ ਹਾਂ ਕਵਿਰਾਜ ਜੀ, ਕਿਉਂਕਿ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਇੰਡਸਟਰੀ ਹੈ ਸਿੱਧਾ ਜਿਹੜੀ ਹੈ ਯੂਥ ਵਰਗ ਨਾਲ ਜੁੜੀ ਹੋਈ ਹੈ। ਸੋ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਵਿਦਿਆਰਥੀਆਂ ਦੀ ਜ਼ਿੰਦਗੀ ਵੀ ਬੇहद ਚੈਲੰਜਸ ਨਾਲ ਭਰਪੂਰ ਹੋਣ ਵਾਲੀ ਹੈ, ਕਿਉਂਕਿ ਸਕੂਲ ਕਾਲਜ ਵਿੱਚ
ਕਿਸ ਤਰ੍ਹਾਂ ਉਹ ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਰੱਖ ਪਾਉਣਗੇ? ਇੱਕ ਕਲਾਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਵੀ ਮੌਜੂਦ ਹੁੰਦੇ ਨੇ, ਵਿਦਿਆਰਥੀ ਮੌਜੂਦ ਹੁੰਦੇ ਨੇ, ਅਜਿਹੇ ਵਿੱਚ ਸਕੂਲ ਪ੍ਰਸ਼ਾਸਨ ਤੇ ਬੇहद ਵੱਡੀ ਜ਼ਿੰਮੇਵਾਰੀ ਹੋਏਗੀ, ਇਹ ਤੁਸੀਂ ਮੰਨਦੇ ਹੋ? ਮੈਂ ਅਗੇਨ ਪਰਸਨਲ ਮੇਰੀ ਇੱਕ ਬੇਟੀ ਟੀਚਰ ਹੈ ਤੇ ਉਹ ਵੀ ਘਰ ਬੈਠੀ ਹੈ। ਆਨਲਾਈਨ ਕਰਦੀ ਬੜੀ ਕੋਸ਼ਿਸ਼ ਉਹ ਹੈਗੀ, ਉਹਨਾਂ ਦੀ ਕਲਾਸਿਸ ਕੀ ਆਨਲਾਈਨ ਕਰਦੇ ਨੇ, ਪਰ ਉਹ ਗੱਲ ਨਹੀਂ ਹੈ। ਸਟੂਡੈਂਟਸ ਬੜੇ ਫਰਸਟ੍ਰੇਟ ਹੋ ਰਹੇ ਨੇ, ਛੋਟੇ ਬੱਚੇ ਨੂੰ ਪੜ੍ਹਾਉਂਦੀ ਹੈ, ਪਰ ਕਿਡਸ ਆਰ ਗੈਟਿੰਗ ਫਰਸਟ੍ਰੇਟਡ, ਸਟੂਡੈਂਟਸ ਆਰ ਗੈਟਿੰਗ ਫਰਸਟ੍ਰੇਟਡ ਘਰ ਬੈਠੇ ਸਪੈਸ਼ਲੀ ਯੂਥ ਅਮਰੀਕਨ ਯੂਥ ਹੋ ਗਿਆ, ਇੰਡੀਅਨ ਯੂਥ ਹੋ ਗਿਆ, ਇਹ ਕਿੰਨੀ ਕੁ ਦੇਰ ਘਰ ਬੈਠਣਗੇ, ਕਿੰਨੀ ਕੁ ਦੇਰ ਆਈਸੋਲੇਟਡ ਰਹਿਣਗੇ। ਤੇ ਪਰ ਆਪਣੇ ਡਾਕਟਰ ਕੰਗ ਜੀ ਨੇ ਬੜੇ ਇੰਕਰੇਜਿੰਗ ਵਰਡ ਸਾਡੇ ਭਾਜੀ, ਥੈਂਕ ਯੂ ਸੋ ਮਚ ਕਿ ਅਮਰੀਕਾ is a great country, always will be a great country. ਅਮਰੀਕਾ ਤੇ I think honestly ਅਮਰੀਕਾ ਤੇ ਬੋਝ ਹੈ ਕਿ ਕੋਈ ਨਾ ਕੋਈ ਲੱਭਣਾ ਪਏਗਾ ਇਹਦਾ ਹੱਲ, ਤੇ ਬਹੁਤ ਜਲਦੀ ਲੱਭ ਵੀ ਲੈਣਗੇ। ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ we have led in everything, ਇਹ 'ਚ ਵੀ ਆਪਾਂ ਕਰਾਂਗੇ। ਤੇ ਜੀ ਪਰ ਹਾਂ, ਜਿਹੜਾ ਤੁਸੀਂ ਸਕੂਲ ਦੀ ਗੱਲ, ਯੂਥ ਦੀ ਗੱਲ ਕਰ ਰਹੇ ਨੇ, ਇਹ ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਹੱਲ ਲੱਭਣਾ ਪਏਗਾ, ਸਕੂਲਸ ਨੂੰ ਓਪਨ ਕੀਤਾ ਜਾਏ ਮੁੜ ਕੇ, ਭਾਵੇਂ ਸੋਸ਼ਲ ਡਿਸਟੈਂਸਿੰਗ ਰੱਖੇ ਜਾਂ ਕਿਸ ਤਰ੍ਹਾਂ, ਉਸ ਤੇ ਵੀ ਬੜੀਆਂ ਰੈਸਟ੍ਰਿਕਸ਼ਨਸ ਹੋਣਗੀਆਂ, ਸਪੋਰਟਸ ਪ੍ਰੋਗਰਾਮ ਸ਼ਾਇਦ ਕੱਟ ਡਾਊਨ ਕਰਨੇ ਪੈਣਗੇ। ਤੇ ਪਰ ਕਿਉਂਕਿ ਉਹ ਵੀ ਇੱਕ ਸਾਡੀ ਲਾਈਫ ਲਾਈਨ ਹੈ, ਐਜੂਕੇਸ਼ਨਲ ਸਿਸਟਮ ਜਿਹੜਾ ਸਕੂਲਾਂ ਦਾ ਇੱਥੇ ਹੋ ਗਿਆ, ਵਰਲਡ ਵਾਈਡ ਹੋ ਗਿਆ, ਜਿਸ ਤਰ੍ਹਾਂ ਵੀ ਹੈ, ਉੱਥੋਂ ਹੀ ਬੜੇ ਆਈਡੀਆਜ਼ ਸ਼ੁਰੂ ਹੁੰਦੇ ਨੇ, ਐਕਸਚੇਂਜਸ ਹੁੰਦੇ ਨੇ, ਆਈਡੀਆਜ਼। ਜੀ ਸਾਡੀ ਐਜੂਕੇਸ਼ਨਲ ਸਿਸਟਮ ਨੂੰ, ਐਜੂਕੇਸ਼ਨ ਇੰਸਟੀਟਿਊਸ਼ਨ ਨੂੰ ਓਪਨ ਕਰਨਾ ਪਏਗਾ ਜਲਦੀ। ਬਿਲਕੁਲ। ਡਾਕਟਰ ਰਾਜਵੰਤ ਜੀ, ਤੁਹਾਡੇ ਤੋਂ ਵੀ ਇਹ ਸਵਾਲ ਮੈਂ ਕਰਾਂਗਾ, ਕਿਉਂਕਿ ਵਿਦਿਆਰਥੀਆਂ ਜਿਹੜੀ ਜ਼ਿੰਦਗੀ ਹੈ ਉਹ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਟਫ ਹੋਏਗੀ। ਅਸੀਂ ਬੇਸ਼ੱਕ ਇੱਕ ਉਤਸ਼ਾਹ ਵਾਲੀ ਜ਼ਿੰਦਗੀ ਦੀ ਉਮੀਦ ਕਰਦੇ ਹਾਂ ਕਿ ਜਦੋਂ ਲੋਕਡਾਊਨ ਖੁੱਲੇਗਾ ਤਾਂ ਸਾਡੇ ਸਾਰਿਆਂ ਲਈ ਬਹੁਤ ਸੁਖਾਲੀ ਹੋਏਗੀ ਜ਼ਿੰਦਗੀ, ਪਰ ਕਿਤੇ ਨਾ ਕਿਤੇ ਸੋਸ਼ਲ ਡਿਸਟੈਂਸਿੰਗ ਦੀ ਜੇਕਰ ਗੱਲ ਕਰੀਏ ਤਾਂ ਵੱਖ-ਵੱਖ ਸਰਕਾਰਾਂ ਇਹ ਕਹਿ ਚੁੱਕੀਆਂ ਨੇ ਕਿ ਅਸੀਂ ਭਾਵੇਂ ਲੋਕਡਾਊਨ ਖੋਲਾਂਗੇ, ਲੇਕਿਨ ਸਾਨੂੰ ਸੋਸ਼ਲ ਡਿਸਟੈਂਸਿੰਗ ਹਾਲਾਂਕਿ ਕੁਝ ਮਹੀਨਿਆਂ ਤੱਕ ਕਾਇਮ ਰੱਖਣੀ ਪਏਗੀ। ਸਕੂਲਾਂ ਕਾਲਜਸ ਦੀ ਗੱਲ ਕਰੀਏ ਤਾਂ ਉੱਥੇ ਸੋਸ਼ਲ ਡਿਸਟੈਂਸਿੰਗ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਚੰਗੀ ਤਰ੍ਹਾਂ ਸਫਲ ਹੋ ਪਾਏਗੀ? ਦੇਖੋ, ਇਹ ਤਾਂ ਹੁਣ ਲਾਈਫ ਜਿਹੜੀ ਖਾਸ ਕਰਕੇ ਸਟੂਡੈਂਟਸ ਦੀ ਉਹ ਤਾਂ ਚੇਂਜ ਹੋ ਚੁੱਕੀ ਹੈ। ਆਨਲਾਈਨ ਜਿਹੜਾ ਐਜੂਕੇਸ਼ਨਲ ਸਿਸਟਮ ਇਜ਼ ਗੋਨਾ ਬੀ ਦ ਨਾਰਮ, ਮੈਨੂੰ ਲੱਗਦਾ ਜਿੱਥੋਂ ਤੱਕ, ਕਿਉਂਕਿ ਇਹ ਹੁਣ ਮੇਰੀ ਡਾਟਰ ਉਹ ਡੈਂਟਲ ਸਕੂਲ ਦੇ ਵਿੱਚ ਹੈ। ਉਹਨਾਂ ਨੇ ਹੁਣ ਪ੍ਰੈਕਟੀਕਲ ਜਿਹੜਾ ਪਾਰਟ ਹੈਗਾ ਉਹਨੂੰ ਪੋਸਟਪੋਨ ਕਰਕੇ ਸਿਰਫ ਆਨਲਾਈਨ ਥਿਊਰੀ ਦੇ ਉੱਤੇ ਹੀ ਉਹ ਸਾਰਾ ਸਟੱਡੀ ਇਸ ਵੇਲੇ ਚੱਲ ਰਹੀ ਹੈ। ਤੇ ਇਸੇ ਤਰ੍ਹਾਂ ਹੁਣ ਮੈਡੀਕਲ ਸਟੂਡੈਂਟਸ ਨੇ, ਇਸੇ ਤਰ੍ਹਾਂ ਹੀ ਜਿਹੜੇ ਨਾਰਮਲ ਸਟੂਡੈਂਟਸ ਨੇ, ਇਹਦੇ ਵਿੱਚ ਇੱਕੋ ਚੀਜ਼ ਪੋਜ਼ਿਟਿਵ ਹੈ ਕਿ ਇਹ ਜਿਹੜੀ ਸਾਰੀ ਜਨਰੇਸ਼ਨ ਹੈ, ਦੇ ਆਰ ਵੈਰੀ ਟੈਕ ਸੈਵੀ ਪੀਪਲ। ਇਹ ਠੀਕ ਹੈ ਕਿ ਜਿਹੜਾ ਸਾਡਾ ਗਰੀਬ ਤਬਕਾ ਹੈਗਾ ਇਸ ਦੇਸ਼ ਦਾ, ਉਹਨਾਂ ਕੋਲ ਸਾਰਿਆਂ ਕੋਲ ਉਹ ਰਿਸੋਰਸਿਸ ਨਹੀਂ ਹੈਗੇ, ਤੇ ਉਹਦੇ ਵਿੱਚ ਗਵਰਨਮੈਂਟ ਦਾ ਬੜਾ ਵੱਡਾ ਰੋਲ ਬਣਨਾ ਹੈ ਕਿ ਟੂਲਸ ਸਾਰੇ ਸਕੂਲ ਸਿਸਟਮਸ ਦੇ ਵਿੱਚ ਹੋਣ। ਅੱਧੇ ਤਾਂ ਕਈ ਸਕੂਲਾਂ ਨੂੰ ਇਸ ਕਰਕੇ ਬੰਦ ਕਰਨਾ ਪਿਆ ਕਿਉਂਕਿ ਬਹੁਤੇ ਬੱਚਿਆਂ ਦੇ ਕੋਲ ਘਰ ਦੇ ਵਿੱਚ ਲੈਪਟਾਪ ਨਹੀਂ ਹੈ। ਸੋ ਇਹ ਚੀਜ਼ਾਂ ਦੇ ਵਿੱਚ ਗਵਰਨਮੈਂਟ ਦਾ ਬੜਾ ਵੱਡਾ ਰੋਲ ਹੋਣਾ, ਪਰ ਆਨਲਾਈਨ ਕਲਾਸਿਸ ਦਾ ਇੱਕ ਜਿਹੜਾ ਸਿਸਟਮ ਹੈ ਉਹ ਹੁਣ ਲਾਈਫ ਦਾ ਹਿੱਸਾ ਬਣ ਜਾਏਗਾ। ਇਹਦੇ ਵਿੱਚੋਂ ਛੁਟਕਾਰਾ ਹੋਣਾ ਮੁਸ਼ਕਿਲ ਹੀ ਲੱਗਦਾ, ਕਿਉਂਕਿ ਇਹ ਚੀਜ਼ ਨੂੰ ਜਿਹੜੇ ਖਾਸ ਕਰਕੇ ਇੱਕ ਰਿਸਟ੍ਰਿਕਟਡ ਟਾਈਮ ਲਾਈਨ ਦੇ ਵਿੱਚ ਜਿਹੜੇ ਸਕੂਲ ਸਿਸਟਮ ਜਿਹੜੇ ਕੋਰਸਿਸ ਨੇ, ਉਹਨਾਂ ਨੂੰ ਜਿਸ ਤਰ੍ਹਾਂ ਹੁਣ ਡੈਂਟਿਸਟਰੀ ਦਾ 4 ਸਾਲ ਦਾ ਜਾਂ ਮੈਡੀਸਨ ਦਾ, ਉਹਨੂੰ ਤਾਂ ਪੋਸਟਪੋਨ ਨਹੀਂ ਨਾ ਕੀਤਾ ਜਾ ਸਕਦਾ, ਉਹ ਤਾਂ ਆਨਲਾਈਨ ਕਰਨਾ ਹੀ ਪੈਣਾ। ਸੋ ਉਹ ਜਿਹੜੀ ਚੀਜ਼ਾਂ ਨੇ ਉਹਨਾਂ ਨੇ ਚੱਲਣਾ ਹੈਗਾ, ਪਰ ਇਹਦੇ ਵਿੱਚ ਟੀਚਰਸ ਦੀ ਟ੍ਰੇਨਿੰਗ ਤੇ ਬੱਚਿਆਂ ਨੂੰ ਟੂਲਸ ਐਂਡ ਰਿਸੋਰਸਿਸ ਪ੍ਰਦਾਨ ਕਰਨ ਦੇ ਵਿੱਚ ਫੈਡਰਲ ਗਵਰਨਮੈਂਟ ਦਾ ਬਹੁਤ ਵੱਡਾ ਰੋਲ ਹੈ, ਔਰ ਜਿਹੜੀ ਉਹ ਸਟੇਟ ਗਵਰਨਮੈਂਟ ਦਾ ਬੜਾ ਵੱਡਾ ਰੋਲ ਹੈ। ਉਹ ਸਾਰਾ ਕੁਝ ਜਦ ਤੱਕ ਇਨਫਰਾਸਟ੍ਰਕਚਰ ਬਣ ਜਾਏਗਾ, ਮੈਨੂੰ ਲੱਗਦਾ ਵੀ ਇਹ ਸਮਰ ਲੰਘਣ ਤੱਕ, ਜਦੋਂ ਫਾਲ ਦੇ ਵਿੱਚ ਕਲਾਸਿਸ ਸ਼ੁਰੂ ਹੋਣੀਆਂ ਨੇ, ਤੇ ਕਾਫੀ ਹੱਦ ਤੱਕ ਇਹ ਚੀਜ਼ ਇਨ ਪਲੇਸ ਹੋ ਜਾਏਗੀ। ਤੇ ਜੇ ਕਲਾਸਿਸ ਹੋਣਗੀਆਂ ਵੀ ਪ੍ਰੈਕਟੀਕਲ, ਤੇ ਉਹਦੇ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਵੀ ਸਾਰਾ ਇਹਨਾਂ ਨੂੰ ਪ੍ਰੋਵੀਜ਼ਨ ਕਰਕੇ, ਆਈ ਥਿੰਕ ਐਜੂਕੇਸ਼ਨ ਸਿਸਟਮ ਇੰਨਾ ਇੰਪੈਕਟਫੁਲ ਨਹੀਂ ਹੋਏਗਾ, ਇੰਨਾ ਜ਼ਿਆਦਾ ਉਹਦੇ ਤੇ ਇੰਪੈਕਟ ਨਹੀਂ ਹੋਣਾ, ਉਹਨੂੰ ਹੈਂਡਲ ਕਰਨਾ ਈਜ਼ੀ ਹੋਏਗਾ। ਸਭ ਤੋਂ ਜ਼ਿਆਦਾ ਜਿਹੜੀ ਡਾਕਟਰ ਕੰਗ ਹੋਣਾ ਨੇ ਕਹੀ ਹੈ ਉਹ ਸਰਵਿਸ ਇੰਡਸਟਰੀ ਹੈ, ਹੋਟਲ ਇੰਡਸਟਰੀ ਹੈ, 에ਅਰਲਾਈਨ ਇੰਡਸਟਰੀ ਹੈ। ਉਹਦੇ ਵਿੱਚ ਵੀ ਹੁਣ ਉਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਵੀ ਉਹ ਸੀਟਾਂ ਇਸ ਤਰ੍ਹਾਂ ਹੀ ਡਿਜ਼ਾਈਨ ਕਰਨਗੇ ਵੀ ਮਿਡਲ ਸੀਟ ਖਾਲੀ ਰੱਖਣੀ ਪੈਣੀ ਹੈ, ਇਹ ਮੈਂਡੇਟਰੀ ਹੋ ਜਾਣਾ, ਤੇ ਉਹ ਫਿਰ ਅੱਗੋਂ ਤੋਂ ਜਿਹੜੀਆਂ ਸੀਟਿੰਗਸ ਵੀ ਉੱਦਾਂ ਦੇ ਪਲੇਨਸ ਦੇ ਵਿੱਚ ਡਿਜ਼ਾਈਨ ਹੋ ਜਾਣੀਆਂ ਨੇ। ਸੋ ਸਾਰੀ ਇੰਡਸਟਰੀ ਦਾ ਟੌਪ ਤੋਂ ਬਾਟਮ ਸਾਰਾ ਕੁਝ ਹੀ ਇੰਪੈਕਟ ਹੋਇਆ, ਪਰ ਇਹਦਾ ਸੋਲੂਸ਼ਨ ਵੀ ਆਈ ਥਿੰਕ ਛੇਤੀ ਹੀ ਸਮਰ ਲੰਘਣ ਤੋਂ ਬਾਅਦ ਤੱਕ ਆਉਣੇ ਸ਼ੁਰੂ ਹੋ ਜਾਣੇ ਆ, ਤੇ ਲਾਈਫ ਕੁਝ ਹੱਦ ਤੱਕ ਨਾਰਮਲਾਈਜੇਸ਼ਨ ਦੇ ਵਿੱਚ ਵਾਲੇ ਪਾਸੇ ਤੁਰ ਪਏਗੀ।
ਮਲ ਵਾਲੀ ਲਾਈਫ ਦੇ ਬਾਰੇ ਅਸੀਂ ਗੱਲ ਤਾਂ ਜ਼ਰੂਰ ਕਰ ਰਹੇ ਹਾਂ, ਲੇਕਿਨ ਇੰਨੀ ਸੌਖੀ ਨਹੀਂ ਹੋਏਗੀ। ਡਾਕਟਰ ਕੰਗ ਸਾਹਿਬ, ਇੱਕ ਵਾਰ ਫਿਰ ਤੁਹਾਡੇ ਕੋਲ ਹੀ ਆਵਾਂਗਾ, ਕਿਉਂਕਿ ਅਸੀਂ ਹਰ ਇੱਕ ਇੰਡਸਟਰੀ ਦੀ ਗੱਲ ਕਰ ਰਹੇ ਹਾਂ, ਪਰ ਕੁਝ ਐਸੀਆਂ ਚੀਜ਼ਾਂ ਵੀ ਨੇ ਜਿਨ੍ਹਾਂ ਤੋਂ ਪਾਰ ਪਾਉਣਾ ਵੀ ਬੇहद ਸੌਖਾ ਨਹੀਂ ਹੋਏਗਾ। ਅਸੀਂ ਹੁਣ ਸਫ਼ਰ ਦੀ ਗੱਲ ਕਰੀਏ ਤਾਂ ਸਫ਼ਰ ਇੰਗਲਿਸ਼ ਵਾਲਾ ਸਫ਼ਰ ਨਹੀਂ, ਪੰਜਾਬੀ ਵਾਲੇ ਸਫ਼ਰ ਦੀ ਅਸੀਂ ਗੱਲ ਕਰਾਂਗੇ, ਕਿਉਂਕਿ ਲੋਕ ਸਫ਼ਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਪਾਉਣਗੇ। ਕੰਮਾਂ ਕਾਰਾਂ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਬੱਸਾਂ, ਟ੍ਰੇਨਾਂ ਦਾ ਜਾਂ ਫਿਰ ਹਵਾਈ ਜਹਾਜ਼ਾਂ ਤੇ ਸਫ਼ਰ ਕਰਨਾ ਹੀ ਕਰਨਾ ਉਹਨਾਂ ਨੇ, ਅਤੇ ਫਿਰ ਲੋਕਲ ਟਰਾਂਸਪੋਰਟ ਵਿੱਚ ਕਿਸ ਤਰ੍ਹਾਂ ਦੀ ਭੀੜ ਹੁੰਦੀ ਹੈ ਤੁਸੀਂ ਸਾਰੇ ਜਾਣਦੇ ਹੋ। ਲੋਕ ਸਮਝ ਪਾ ਰਹੇ ਨੇ ਕਿ ਆਖਰ ਸੋਸ਼ਲ ਡਿਸਟੈਂਸਿੰਗ ਉੱਥੇ ਵੀ ਸਾਨੂੰ ਕਾਇਮ ਰੱਖਣੀ ਪਏਗੀ, ਕਿਉਂਕਿ ਬੱਸਾਂ, ਟ੍ਰੇਨਾਂ ਵਿੱਚ ਜਿਹੜੀ ਬੱਸ ਬਹੁਤ ਜ਼ਿਆਦਾ ਭੀੜ ਵਾਲੀ ਹੋਏਗੀ ਜਾਂ ਫਿਰ ਬਹੁਤ ਜ਼ਿਆਦਾ ਟ੍ਰੇਨ ਜਿਸ ਤੇ ਉਹਨਾਂ ਨੂੰ ਜਾਣਾ ਹੀ ਜਾਣਾ ਹੈ, ਉੱਥੇ ਕਿਵੇਂ ਕਰਨਗੇ ਉਹ ਲੋਕ, ਕਿਵੇਂ ਪਾਰ ਪਾਉਣਗੇ? ਇੱਕ ਮੌਕਾ ਮਿਲਿਆ ਇਨਸਾਨੀਅਤ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ। ਸੋ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਖਾਸ ਕਰਕੇ ਜਿਹੜੇ ਗਰੀਬ ਮੁਲਕ ਨੇ ਜਿੱਥੇ ਬਹੁਤ ਭੀੜ ਭੜੱਕਾ ਤੇ ਰਿਸੋਰਸਿਸ ਬਹੁਤ ਸੀਮਤ ਨੇ, ਉਹਨਾਂ ਲਈ ਮੈਂ ਕਾਫੀ ਫਿਕਰਮੰਦ ਹਾਂ। ਪਰ ਦੂਜੇ ਪਾਸੇ ਕੁਝ ਜਿਹੜੇ ਉਮੀਦ ਨਜ਼ਰ ਆ ਰਹੀ ਹੈ ਵੀ ਜਿਹੜਾ ਮੌਸਮ ਗਰਮ ਹੋ ਰਿਹਾ, ਇਹਦੇ ਨਾਲ ਜਿਹੜੀ ਵਾਇਰਸ ਆ ਇਹ ਹਾਰਡ ਸਰਵਿਸਿਜ਼ ਤੇ ਜ਼ਿਆਦਾ ਦੇਰ ਸਰਵਾਈਵ ਨਹੀਂ ਕਰਦੀ। ਸੋ ਲੋਕਾਂ ਨੂੰ ਮਾਸਕ ਜ਼ਰੂਰ ਪਾਉਣੇ ਪੈਣਗੇ, ਇੱਕ ਦੂਜੇ ਤੋਂ ਦੂਰ ਜ਼ਰੂਰ ਬੈਠਣਾ ਪਏਗਾ, ਤੇ ਆਪਣੇ ਹੱਥਾਂ ਨੂੰ ਜਿਵੇਂ ਕਲੀਨਰ ਜਾਂ ਦਸਤਾਨੇ ਪਾ ਕੇ ਉਹ ਜਾਣ ਤੇ ਨੱਕ ਜਾਂ ਮੂੰਹ ਤੇ ਨਾ ਲਾਉਣ। ਸੋ ਪ੍ਰੀਕਾਸ਼ਨਸ ਲੈਣੀਆਂ। ਆਫਟਰ ਆਲ ਤੁਸੀਂ ਇਕੱਲੇ ਵਾਇਰਸ ਨਾਲ ਨਹੀਂ, ਭੁੱਖ ਨਾਲ ਜ਼ਿਆਦਾ ਮਰਨ ਦੇ ਚਾਂਸ ਨੇ। ਸੋ ਲੋਕਾਂ ਨੇ ਇਵੈਂਚੁਅਲੀ ਜਿਹੜਾ ਹੈਗਾ ਕੰਮਾਂ ਕਾਰਾਂ ਤੇ ਜਾਣਾ ਹੈਗਾ। ਹੁਣ ਕਈ ਜਿਹੜੇ ਅਮੀਰ ਮੁਲਕ ਨੇ ਉਹ ਤਾਂ ਲੋਕਾਂ ਨੂੰ ਭੱਤੇ ਜਾਂ ਡਿਸਕਾਊਂਟ ਦੇ ਸਕਦੇ ਨੇ, ਪਰ ਜਿਹੜੀ ਦੁਨੀਆ ਦੇ ਵਿੱਚ ਬਹੁਤ ਜਿਹੇ ਮੁਲਕ ਨੇ ਜਿਨ੍ਹਾਂ ਕੋਲ ਇੰਨੇ ਸਾਧਨ ਨਹੀਂ ਹੈਗੇ ਵੀ ਉਹ ਹਰ ਬੰਦੇ ਨੂੰ ਪੈਨਸ਼ਨ ਜਾਂ ਪਤਾ ਦੇ ਦੇਣ। ਸੋ ਲੋਕਾਂ ਨੂੰ ਕੰਮਾਂ ਤੇ ਤਾਂ ਜਾਣਾ ਹੀ ਪੈਣਾ ਹੈਗਾ। ਸੋ ਆਪਾਂ ਤਾਂ ਇਹ ਉਮੀਦ ਕਰਦੇ ਵੀ ਆਪਾਂ ਕੋਈ ਇਸ ਦਾ ਜਿਹੜਾ ਹੱਲ ਹੈਗਾ ਜਲਦੀ ਲੱਭੀਏ। ਪਰ ਫਿਲਹਾਲ ਲੋਕ ਆਪਣੀ ਜ਼ਿੰਮੇਵਾਰੀ ਸਮਝਣ, ਜਿੱਥੇ ਵੀ ਉਹ ਹੈਗੇ ਨੇ ਉਹ ਜਿਹੜਾ ਕੰਟੈਕਟ ਹੈਗਾ, ਫਿਜ਼ੀਕਲ ਕੰਟੈਕਟ ਹੈਗਾ, ਉਹਨੂੰ ਮਿਨੀਮਮ ਰੱਖਣ ਤੇ ਮਾਸਕ ਯੂਜ਼ ਕਰਨ ਤੇ ਆਪਣੇ ਹੱਥਾਂ ਨੂੰ ਤੇ ਇਹ ਚੀਜ਼ਾਂ ਨੂੰ ਬਿਲਕੁਲ ਪ੍ਰੋਟੈਕਟ ਕਰਕੇ ਰੱਖਣ। ਜੇ ਯੂਜ਼ ਕਰਦੇ ਨੇ ਪ੍ਰੋਪਰਲੀ ਉਹਨੂੰ ਧੋਣ, ਸਫਾਈ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਰੱਖਣ, ਉਨਾ ਪਰਹੇਜ਼ ਰੱਖਣ। ਮੈਨੂੰ ਉਮੀਦ ਹੈ ਵੀ ਜਿਹੜਾ ਮੌਸਮ ਦਾ ਵੀ ਵਾਇਰਸ ਤੇ ਕਾਫੀ ਅਸਰ ਪਏਗਾ। ਜਦੋਂ ਗਰਮੀ ਹੋਏਗੀ ਤਾਂ ਵਾਇਰਸ ਕਾਫੀ ਉਹਦੀ ਜਿਹੜੀ ਲਾਈਫ ਘਟ ਜਾਏਗੀ ਸਰਫੇਸਿਸ ਦੇ ਉੱਤੇ। ਬਾਕੀ ਤਾਂ ਇਹ ਗੱਲ ਉੱਤੇ ਡਾਕਟਰ ਕੰਗ ਸਾਹਿਬ ਇੱਥੇ ਤੁਹਾਨੂੰ ਮੈਂ ਇੱਕ ਚੀਜ਼ ਯਾਦ ਕਰਾਉਣਾ ਚਾਹਾਂਗਾ, ਕਿਉਂਕਿ 2-4 ਦਿਨ ਪਹਿਲਾਂ ਹੀ ਖਬਰ ਸਾਹਮਣੇ ਆਈ ਹੈ, ਭਾਰਤ ਦੀ ਖਬਰ ਹੈ, ਜਿੱਥੇ ਕਿ ਇੱਕ ਪੀਜ਼ਾ ਡਿਲੀਵਰੀ ਬॉय ਨੂੰ ਕੁਝ ਖਾਂਸੀ ਜ਼ੁਕਾਮ ਸੀ, ਉਸਨੇ ਉਸਨੂੰ ਇਗਨੋਰ ਕੀਤਾ ਤੇ ਤਕਰੀਬਨ 70 ਫੈਮਲੀਜ਼ ਨੇ ਉਸਨੂੰ ਡਿਲੀਵਰੀ ਦਿੱਤੀ ਹੈਗੀ ਹੈ, ਔਰ ਹੁਣ ਉਸਨੂੰ ਕਰੋਨਾ ਪੋਜ਼ਿਟਿਵ ਉਹ ਪਾਇਆ ਗਿਆ। ਹੁਣ 70 ਜਿਹੜੀਆਂ ਫੈਮਲੀਜ਼ ਨੂੰ ਜਿੱਥੇ ਉਹਨੇ ਪੀਜ਼ਾ ਡਿਲੀਵਰੀ ਕੀਤੀ ਸੀ, ਉੱਥੇ ਉਹਨਾਂ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਗਿਆ। ਸੋ ਇਹ ਲਈ ਜਿਹੜੀਆਂ ਚੀਜ਼ਾਂ ਤੁਸੀਂ ਇਨਸਾਨੀਅਤ ਦੀ ਗੱਲ ਕਰ ਰਹੇ ਹੋ, ਕਿਉਂਕਿ ਲੋਕਾਂ ਨੇ ਘਰੋਂ ਬਾਹਰ ਨਿਕਲਣਾ, ਆਪਣਾ ਕੰਮ ਕਰਨਾ ਹੀ ਕਰਨਾ। ਜਦੋਂ ਕੋਈ ਬਿਮਾਰ ਹੋਏਗਾ ਤਾਂ ਵੀ ਉਸਨੂੰ ਅਣਦੇਖਾ ਕਰੇਗਾ ਕਿ ਮੈਂ ਬਿਮਾਰ ਹਾਂ। ਇੱਥੇ ਅਸੀਂ ਕਿਸ ਤਰ੍ਹਾਂ ਪਾਰ ਪਾਵਾਂਗੇ ਆਉਣ ਵਾਲੇ ਸਮੇਂ ਵਿੱਚ? ਦੇਖੋ ਜੀ, ਇਹ ਤਾਂ ਤੁਹਾਡੀ ਆਪਣੀ ਉਹ ਪੀਜ਼ਾ ਬॉय ਦੀ ਆਪਣੀ ਜ਼ਿੰਮੇਵਾਰੀ ਬਣਦੀ ਸੀ। ਜੇ ਕੋਈ ਦੇਖੋ ਗਵਰਨਮੈਂਟ ਹਰ ਚੀਜ਼ ਦਾ ਹੱਲ ਨਹੀਂ ਕਰ ਸਕਦੀ, ਨਾ ਹੀ ਡਾਕਟਰ ਹੱਲ ਕਰ ਸਕਦੇ ਨੇ। ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਆ। ਇਹ ਤਾਂ ਫਿਰ ਘਟੀਆ ਬਣ ਹੋਇਆ ਨਾ ਵੀ ਜੇ ਉਹਨੂੰ ਆਪ ਤੁਸੀਂ ਇਨਸਾਨੀਅਤ ਦੀ ਗੱਲ ਕੀਤੀ ਹੈ। ਇਨਸਾਨੀਅਤ ਵੀ ਤਾਂ ਅਸੀਂ ਸਾਡੇ ਅੰਦਰੋਂ ਹੀ ਜਾਗੇਗੀ। ਤੇ ਉਹੀ ਮੈਂ ਗੱਲ ਕਹਿ ਰਿਹਾ ਹੈਗਾ ਵੀ ਇਹ ਇਨਸਾਨੀਅਤ ਦੇ ਲਈ ਟੈਸਟ ਹੈ ਸਾਰੀ ਦੁਨੀਆ ਦੇ ਵਿੱਚ। ਮੁਲਕਾਂ ਤੋਂ ਉੱਥੇ ਉੱਠ ਕੇ ਸੋਚਣਾ ਪਏਗਾ ਸਾਨੂੰ, ਗਰੀਬ ਅਮੀਰ ਤੋਂ ਉੱਥੇ ਉੱਠ ਕੇ ਸੋਚਣਾ ਪਏਗਾ। ਦੇਖਾਂਗੇ ਕੀ ਅਸੀਂ ਐਜ਼ ਅ ਇਨਸਾਨੀਅਤ ਦੁਨੀਆ ਦੇ ਵਿੱਚ ਸਰਵਾਈਵ ਕਰਨਾ, ਤਾਂ ਸਾਨੂੰ ਕੁਛ ਅਸੂਲ, ਕੁਛ ਕਿਰਦਾਰ ਦਿਖਾਉਣਾ ਪਏਗਾ। ਨਹੀਂ ਤਾਂ ਜਿਹੜੀ ਮਦਰ ਨੇਚਰ ਹੈ ਬੜੀ ਭਿਅੰਕਰ ਵੀ ਹੋ ਸਕਦੀ ਹੈ। ਮਦਰ ਨੇਚਰ ਤੁਹਾਨੂੰ ਬਹੁਤ ਸਹੂਲਤਾਂ ਦਿੰਦੀ ਆ, ਪਰ ਇਹਦੀ ਕਰੋਪੀ ਵੀ ਹੋ ਰਹੀ ਹੈ। ਇਹ ਕਰੋਪੀ ਹੋ ਰਹੀ ਹੈ, ਹੋਰ ਕੀ ਹੋ ਰਿਹਾ ਹੈਗਾ ਸਾਡੇ ਤੇ। ਪਰ ਜੇ ਅਸੀਂ ਇਸ ਚੀਜ਼ ਨੂੰ ਨਹੀਂ ਸਹੀ ਤਰੀਕੇ ਨਾਲ ਹੈਂਡਲ ਕਰਾਂਗੇ ਤਾਂ ਬਹੁਤ ਨੁਕਸਾਨ। ਤੁਹਾਡੀ ਬਿਲਕੁਲ ਗੱਲ ਸਹੀ ਹੈ। ਇੱਕ ਮੁੰਡਾ 70 ਨੂੰ ਦੇ ਸਕਦਾ, ਤਾਂ ਉਹਨੂੰ ਸਾਨੂੰ ਗੱਲ ਉੱਥੇ ਆ ਜਾਂਦੀ ਹੈ ਨਾ ਵੀ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਜੇ ਹਰ ਕੋਈ ਸਮਝੇਗਾ ਤਾਂ ਹੀ ਇਸ ਦਾ ਹੱਲ ਲੱਭੇਗਾ। ਜੇ ਆਪਾਂ ਕਹਿੰਦੇ ਸਰਕਾਰ ਡੰਡੇ ਮਾਰ ਕੇ ਪ੍ਰੋਬਲਮ ਸੋਲਵ ਨਹੀਂ ਕੀਤੀ ਜਾ ਸਕਦੀ। ਅਮਰੀਕਾ ਵਿੱਚ ਕਿਉਂ ਜ਼ਿਆਦਾ? ਕਿਉਂਕਿ ਉਰੇ ਫਰੀਡਮ ਜ਼ਿਆਦਾ ਹੈ। ਉਰੇ ਪੁਲਿਸ ਜਾ ਕੇ ਸਾਨੂੰ ਡੰਡੇ ਨਹੀਂ ਮਾਰਦੀ ਸੜਕਾਂ ਤੇ ਜਾ ਕੇ। ਇੰਡੀਆ 'ਚ ਡੰਡੇ ਮਾਰ ਕੇ ਬੰਦ ਕਰਦਾ, ਪਰ ਉਹ ਆਰਜੀ ਸੋਲੂਸ਼ਨ ਹੈ, ਪਰਮਾਨੈਂਟ ਸੋਲੂਸ਼ਨ ਨਹੀਂ ਆ। ਪਰਮਾਨੈਂਟ ਸੋਲੂਸ਼ਨ ਹੈ ਵੀ ਹਰ ਬੰਦੇ ਨੂੰ ਜ਼ਿੰਮੇਵਾਰੀ ਸਮਝਣੀ ਪਏਗੀ ਆਪਣੀ। ਕਵਿਰਾਜ ਜੀ, ਤੁਹਾਡੇ ਕੋਲ ਆਵਾਂਗਾ, ਕਿਉਂਕਿ ਹਾਲੇ ਤੱਕ ਜਿਹੜੀਆਂ ਇਮੈਜਿਨੇਸ਼ਨਸ ਤੇ ਜ਼ਿਆਦਾ ਬੰਦੀਆਂ ਨੇ। ਸੋ ਹੁਣ ਇੱਕ ਰੀਅਲ ਸਟੋਰੀ ਜ਼ਰੂਰ ਡਾਇਰੈਕਟਰਸ ਨੂੰ ਮਿਲ ਗਿਆ, ਸਟੋਰੀ ਰਾਈਟਰਸ ਨੂੰ ਮਿਲ ਗਈ ਹੈ ਕਰੋਨਾ ਵਾਇਰਸ ਦੀ। ਹਾਂਜੀ, ਵਿੱਚ ਮੈਂ ਥੋੜਾ ਜਿਹਾ ਮਿਸ ਕਰ ਗਿਆ ਸੀ ਤੁਹਾਡਾ ਕੁਐਸਚਨ। ਐਨੀਵੇ ਮੈਂ ਕੋਸ਼ਿਸ਼ ਕਰਦਾ। ਹਾਲੇ ਮੇਰੇ ਹਿਸਾਬ ਨਾਲ ਕਿ ਕਰੋਨਾ ਵਾਇਰਸ ਦੇ ਵਿੱਚ ਬੜੀਆਂ ਕਹਾਣੀਆਂ ਨੇ, ਬੜੀਆਂ ਪਰਸਨਲਾਈਜ਼ ਕਹਾਣੀਆਂ ਨੇ, ਬੜੀਆਂ ਇਮੋਸ਼ਨਲ ਕਹਾਣੀਆਂ ਹੋਣੀਆਂ ਇਹਦੇ ਵਿੱਚ। ਪਰ ਹਾਲੇ 10-15 ਸਾਲ ਮੇਰੇ ਹਿਸਾਬ ਨਾਲ ਇਹ ਸਮਾਂ ਨਹੀਂ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਦਾ। ਬਿਕਾਜ਼ ਕਿ ਕੋਈ ਵੀ ਹਾਦਸਾ ਹੁੰਦਾ, ਕੋਈ ਵੀ ਇਸ ਤਰ੍ਹਾਂ ਦੀ ਟ੍ਰੈਜਡੀ ਹੁੰਦੀ ਹੈ,
ਉਹਦਾ ਕੁਝ ਟਾਈਮ ਚਾਹੀਦਾ ਆਡੀਅנס ਨੂੰ ਡਾਈਜੈਸਟ ਕਰਨ ਵਾਸਤੇ ਸਿਨੇਮੇ ਦੇ ਵਿੱਚ। ਤੇ ਇਹ ਤਾਂ ਵੈਸੇ ਹੀ 5-7 ਸਾਲ ਵੈਸੇ ਹੀ ਨਿਕਲ ਜਾਣੇ ਆ ਲੋਕਾਂ ਦੀਆਂ ਆਪਣੀ ਪਰਸਨਲ ਸਟੋਰੀਆਂ ਇੱਕ ਦੂਜੇ ਨੂੰ ਦੱਸਣ ਨੂੰ। ਕਿ ਤੇ ਹੋਰ ਕਈ ਫਿਲਮ ਜਿਹੜੀਆਂ ਬਣ ਰਹੀਆਂ ਸੀਗੀਆਂ, ਸਟੋਰੀ ਇਜ਼ ਆਲਰੇਡੀ ਇਨ ਦਾ ਪਾਈਪਲਾਈਨਸ, ਉਹਨਾਂ ਵਾਸਤੇ ਕਾਫੀ ਹਾਲੇ ਟਾਈਮ ਲੱਗਣਾ ਉਹਨਾਂ ਨੂੰ ਬਣਨ ਵਾਸਤੇ। ਤੇ ਆਈ ਥਿੰਕ ਕਰੋਨਾ ਵਾਇਰਸ ਤੇ ਹਾਲੇ ਫਿਲਮ ਬਣਨ ਨੂੰ ਕੁਝ ਦੇਰ ਲੱਗੇਗੀ ਮੇਰੇ ਹਿਸਾਬ ਨਾਲ। ਇੰਡਸਟਰੀ ਤੇ ਵੀ ਇਸ ਦਾ ਬੇहद ਬੁਰਾ ਪ੍ਰਭਾਵ ਤਾਂ ਪਿਆ ਹੀ ਹੈ, ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਹੈਗਾ ਕਿ ਕਿਉਂਕਿ ਥੀਏਟਰ ਵਿੱਚ ਲੋਕਾਂ ਦਾ ਜਾਣਾ ਬੇहद ਮੁਸ਼ਕਿਲ ਹੋਵੇਗਾ, ਫਿਲਮਾਂ ਨੂੰ ਬਣਾਉਣ ਵਾਲੇ ਲਈ ਵੀ ਵੱਡੇ ਵੱਡੇ ਕਰੂ ਦੀ ਜ਼ਰੂਰਤ ਪੈਂਦੀ ਹੈ। ਤਾਂ ਤੁਹਾਨੂੰ ਲੱਗਦਾ ਹੈ ਕਿ ਕਦੋਂ ਤੱਕ ਜਿਹੜੀ ਹੈ ਫਿਲਮ ਇੰਡਸਟਰੀ ਆਪਣੀ ਲਾਈਨ ਤੇ ਆ ਪਾਏਗੀ, ਕਿਉਂਕਿ ਆਉਣ ਵਾਲੇ 6 ਮਹੀਨੇ ਵੀ ਬਹੁਤ ਬੁਰੇ ਬੀਤਣ ਵਾਲੇ ਨੇ ਫਿਲਮ ਇੰਡਸਟਰੀ ਤੇ। ਹਾਂਜੀ, ਇਹ ਤਾਂ 6 ਮਹੀਨੇ ਐਕਚੁਅਲੀ ਹਰ ਦਿਨ ਬਹੁਤ ਬੜਾ ਲਾਸ ਹੈ। ਥੀਏਟਰ ਸਾਰੇ ਦੇਖ ਲਓ ਵਰਲਡ ਵਾਈਡ, ਆਪਣੇ USA ਦੇ ਵਿੱਚ ਘੱਟੋ ਘੱਟ 45,000 ਸਕਰੀਨ ਨੇ, 45,000 ਸਕਰੀਨਸ, 45,000 ਸਕਰੀਨ ਜਿਹਨਾਂ ਦੇ ਫਿਲਮਾਂ ਲੱਗਦੀਆਂ ਨੇ, ਉਹ ਸਭ ਖਾਲੀ ਪਏ ਨੇ। ਤੇ ਇੱਕ ਚੀਜ਼ ਜਿਸ ਤਰ੍ਹਾਂ AMC ਸਿਨੇਮਾਸ ਵਾਲਿਆਂ ਨੇ ਪਹਿਲਾਂ ਕੋਸ਼ਿਸ਼ ਕੀਤੀ, ਹਫ਼ਤਾ ਤੋਂ ਨਹੀਂ ਚਲਾਇਆ, ਕਿ ਇੱਕ ਸੀਟ ਛੱਡ ਕੇ ਨਾ ਆਡੀਅנס ਨੂੰ ਬਿਠਾਇਆ ਜਾਏ। ਇਹ ਪੋਸੀਬਿਲਿਟੀ ਹੈਗੀ ਕਿ ਮੁੜ ਕੇ ਸਿਨੇਮੇ ਖੁੱਲਣਗੇ ਕਿ ਜਿੱਥੇ ਕਿ ਇੱਕ ਸੀਟ ਛੱਡੀ ਜਾਂ 2 ਸੀਟਾਂ ਛੱਡੀਆਂ। ਤੇ AMC ਸਿਨੇਮਾਸ ਵਾਲਿਆਂ ਨੇ ਆਪਣੇ ਪੁਰਾਣੇ ਸਿਨੇਮੇ ਨੂੰ ਮੋਡੀਫਾਈ ਵੀ ਕਰ ਰਹੇ ਨੇ, ਜਿੱਥੇ ਕਿ ਉਹ ਵੈਸੇ ਹੀ ਸੀਟਾਂ ਘੱਟ ਕਰਦੇ ਨੇ, ਬੜੀਆਂ ਸੀਟਾਂ ਡਿਸਟੈਂਸ ਰੱਖ ਕੇ ਬਣਾ ਰਹੇ ਨੇ। ਇਹ ਇੱਕ ਪੋਸੀਬਿਲਿਟੀ ਹੈਗੀ ਆ ਕਿ ਫਿਲਮ ਵਾਚਿੰਗ ਗੋਇੰਗ ਟੂ ਦਾ ਸਿਨੇਮਾ ਵਿਲ ਚੇਂਜ, ਕਿ ਜਿੱਥੇ ਕਿ ਸੀਟਾਂ ਘੱਟ ਹੋਣਗੀਆਂ, ਅੰਦਰ ਪ੍ਰਾਈਸਿਸ ਵਧਣਗੀਆਂ ਇਹਦੇ ਹਿਸਾਬ ਨਾਲ, ਕਿਉਂਕਿ ਉਹਨੇ ਆਪਣਾ ਖਰਚਾ ਵੀ ਪੂਰਾ ਕਰਨਾ, ਫਿਲਮਾਂ ਦਾ ਖਰਚਾ ਪੂਰਾ ਕਰਨਾ। ਇਹਦੇ ਵਿੱਚ ਜਿਹੜੀਆਂ ਇੰਡੀਪੈਂਡੈਂਟ ਸਿਨੇਮਾ, ਜਿਹੜੀ ਕਿ ਹਲਕੀਆਂ ਫਿਲਮਾਂ ਹੁੰਦੀਆਂ ਜਿਹਨਾਂ ਨੂੰ ਮਸੀਂ ਚਾਂਸ ਮਿਲਦਾ ਕਿ ਉਹਨਾਂ ਨੂੰ ਸਕਰੀਨ ਵੀ ਮਿਲੇ, ਉਹ ਹੋ ਸਕਦਾ ਮਾਰੀਆਂ ਜਾਣਗੀਆਂ। ਉਹਨਾਂ ਵਾਸਤੇ ਬੜੀ ਮੁਸ਼ਕਿਲ ਹੋਏਗੀ ਕਿ ਬੜੀ ਜਿਹੜੀਆਂ ਸਟੂਡੀਓ ਦੀਆਂ ਜਿਹੜੀਆਂ ਮਾਰਕੀ ਫਿਲਮਸ ਨੇ, ਜਿਸ ਤਰ੍ਹਾਂ ਕਿ ਬੜੇ 200 ਮਿਲੀਅਨ 300 ਮਿਲੀਅਨ ਫਿਲਮਸ, ਇਹ ਚੱਲਣਗੀਆਂ। ਇਹਨਾਂ ਵਾਸਤੇ ਆਡੀਅנס ਹੋਏਗਾ। ਤੇ ਕਿਉਂ ਉਹਨਾਂ ਨੂੰ ਇੱਕ ਆਪਣੀ ਪਾਵਰ ਹੁੰਦੀ ਕਿ ਉਹ ਹਫ਼ਤਾ 2 ਹਫ਼ਤੇ 10 ਮਹੀਨਾ ਵੀ ਚੱਲ ਸਕਦੀਆਂ ਨੇ, ਇਸ ਤਰ੍ਹਾਂ ਦੇ। ਸੋ ਚੇਂਜਸ ਆਉਣਗੀਆਂ। ਮੇਰਾ ਬਿਗੇਸਟ ਕੰਸਰਨ ਹੈ ਕਿ ਫਿਲਮ ਸ਼ੂਟਿੰਗ ਸੈੱਟ ਦੇ ਉੱਤੇ ਉਹ ਅਸੀਂ ਕਿਸ ਤਰ੍ਹਾਂ ਹੈਂਡਲ ਕਰਾਂਗੇ। ਉਹਦੇ ਕਾਫੀ ਲੱਗੇ ਹੋਏ ਨੇ ਸਾਡੀ ਇੰਡਸਟਰੀ ਵਿੱਚ ਕਿ ਲੱਭ ਰਹੇ ਨੇ ਤਰੀਕੇ ਕਿ ਕਿਸ ਤਰ੍ਹਾਂ ਅਸੀਂ ਸੋਸ਼ਲ ਡਿਸਟੈਂਸਿੰਗ ਨੂੰ ਰੱਖ ਕੇ ਇਨ ਮਾਈਂਡ ਫਿਰ ਵੀ ਅਸੀਂ ਸ਼ੂਟ ਫਿਲਮ ਨੂੰ ਕਿਸ ਤਰ੍ਹਾਂ ਕਰ ਸਕੀਏ। ਤੇ ਹੋਪਫੁਲੀ ਜਿਸ ਤਰ੍ਹਾਂ ਡਾਕਟਰ ਕੰਗ ਜੀ ਨੇ ਕਿਹਾ ਕਿ ਹੋਪ ਹੈ ਵੀ ਸ਼ੁੱਡ ਬੀ ਵੈਰੀ ਪੋਜ਼ਿਟਿਵ ਇਨ ਦਿਸ। ਕਵਿਰਾਜ ਜੀ, ਸਾਡੇ ਕੋਲ ਸਮਾਂ ਬਹੁਤ ਸੀਮਤ ਹੈ, ਔਰ ਸਮਾਂ ਕਿਉਂਕਿ ਲਗਾਤਾਰ ਤੁਹਾਡਾ ਕਿਉਂਕਿ ਗੱਲਾਂ ਬਾਤਾਂ ਦਾ ਸਿਲਸਿਲਾ ਇੰਨਾ ਜ਼ਬਰਦਸਤ ਚੱਲਿਆ ਡਾਕਟਰ ਰਾਜਵੰਤ ਸਿੰਘ ਜੀ ਨਾਲ, ਡਾਕਟਰ ਜਸਬੀਰ ਕੰਗ ਜੀ ਨਾਲ, ਸੋ ਸਮੇਂ ਦਾ ਸਾਨੂੰ ਵੀ ਖਿਆਲ ਰੱਖਣਾ ਪਏਗਾ। ਔਰ ਤੁਹਾਡੇ ਤੋਂ ਸਮੇਂ ਨਾਲ ਅਸੀਂ ਮੁਲਾਕਾਤ ਵੀ ਕਰਦੇ ਰਹਾਂਗੇ। ਡਾਕਟਰ ਰਾਜਵੰਤ ਸਿੰਘ ਜੀ, ਡਾਕਟਰ ਜਸਬੀਰ ਸਿੰਘ ਕੰਗ ਸਾਹਿਬ ਔਰ ਕਵਿਰਾਜ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜਨ ਦੇ ਲਈ। ਔਰ ਕਿਉਂਕਿ ਤੁਹਾਡਾ ਨਜ਼ਰੀਆ ਜਿਹੜਾ ਹੈ ਜਾਣਨਾ ਬੇहद ਜ਼ਰੂਰੀ ਹੈ, ਕਿਉਂਕਿ ਤੁਸੀਂ ਆਪਣੇ ਏਰੀਆ ਵਿੱਚ ਇੱਕ ਮਹਾਨਤਾ ਹਾਸਲ ਕੀਤੀ ਹੋਈ ਹੈ, ਔਰ ਤੁਹਾਡਾ ਜਿਹੜਾ ਬੋਲ ਹੁੰਦੇ ਨੇ, ਸ਼ਬਦ ਹੁੰਦੇ ਨੇ, ਜੋ ਲੋਕੀ ਸੁਣਦੇ ਨੇ ਤਾਂ ਜ਼ਰੂਰ ਉਹਨਾਂ ਨੂੰ ਵੀ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ, ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ ਹੈਗਾ। ਇਸੇ ਕਰਕੇ ਅਸੀਂ ਤੁਹਾਨੂੰ ਆਪਣੇ ਇਸ ਪ੍ਰੋਗਰਾਮ ਵਿੱਚ ਸ਼ਰੀਕ ਕੀਤਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਔਰ ਆਪਣੇ ਦਰਸ਼ਕਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਅਤੇ ਉਹਨਾਂ ਨੂੰ ਵੀ ਕਹਾਂਗਾ ਕਿ ਜੇਕਰ ਤੁਸੀਂ ਲੋਕਡਾਊਨ ਖੁੱਲੇਗਾ ਤਾਂ ਜ਼ਰੂਰ ਇੱਕ ਨਵੀਂ ਜ਼ਿੰਦਗੀ ਦੀ ਤਲਾਸ਼ ਵਿੱਚ ਜ਼ਰੂਰ ਬਾਹਰ ਨਿਕਲੋ, ਪਰ ਕਿਤੇ ਨਾ ਕਿਤੇ ਇੱਕ ਨਵੀਂ ਕਿਰਨ ਆਪਣੀ ਜ਼ਿੰਦਗੀ 'ਚ ਜ਼ਰੂਰ ਕਾਇਮ ਰੱਖੋ, ਕਿਉਂਕਿ ਸਿਰਫ ਅਸੀਂ ਨੈਗੇਟਿਵ ਸੋਚ ਕੇ ਨਹੀਂ ਜੀ ਸਕਦੇ, ਸਾਨੂੰ ਪੋਜ਼ਿਟਿਵ ਜ਼ਰੂਰ ਜੀਣਾ ਚਾਹੀਦਾ ਹੈ, ਜ਼ਿੰਦਗੀ 'ਚ ਪੋਜ਼ਿਟਿਵ ਜ਼ਰੂਰ ਹੋਣਾ ਚਾਹੀਦਾ ਹੈ। ਬੇਸ਼ੱਕ ਕਰੋਨਾ ਪੋਜ਼ਿਟਿਵ ਨੂੰ ਸਾਈਡ ਤੇ ਰੱਖ ਕੇ, ਕਰੋਨਾ ਪੋਜ਼ਿਟਿਵ ਸਾਡੀ ਜ਼ਿੰਦਗੀ 'ਚ ਨਹੀਂ ਹੋਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਵੇਖ ਰਹੇ ਸੀ ਸਾਡਾ ਖਾਸ ਪ੍ਰੋਗਰਾਮ ਨਜ਼ਰੀਆ। ਧੰਨਵਾਦ।